ਬੱਚਾ ਸਕੂਲ 'ਚ ਭੇਜਦੀਆਂ, ਬੱਚਾ ਆ ਕੇ ਰੋਂਦਾ ਹੈ, ਮੰਮੀ ਹਰੇਕ ਦੀ, ਮੰਮੀ ਦਾਦੀ ਹਰੇਕ ਦੀ ਮਾਂ, ਮੰਮੀ ਸਾਈਨ ਕਰ ਜਾਂਦੀ, ਮੇਰੀ ਮੰਮੀ ਕਿੱਥੇ, ਜਵਾਕ ਕਹਿੰਦਾ ਵੀ ਤੈਨੂੰ ਛੱਡ ਕੇ ਵਾਗੀ, ਮੰਮੀ ਉਹ ਕਿੱਥੇ ਵਾਗੀ, ਸਾਡੇ ਦਾਦੀ ਦੱਸ ਮੈਨੂੰ, ਮੈਂ ਕਿੱਥੇ ਦੱਸਾਂ, ਮੇਰਾ ਸਭ ਕੁਝ ਵਿਕ ਗਿਆ, ਅੱਜ ਮੇਰੇ ਕੋਲ ਕੁਝ ਨਹੀਂ ਰਿਹਾ। ਤਿੰਨ ਵੇਰਾਂ ਮੈਂ ਭਰੂਣ ਹੱਤਿਆ ਉਹਨਾਂ ਨੇ ਕਰਾਤੀ, ਤਿੰਨ ਵੇਰਾਂ ਪੈਸੇ ਮੇਰੇ ਲੱਗੇ ਨੇ, ਫਿਰ ਵੀ ਮੁੰਡੇ ਨੇ ਮਿਹਨਤਾਂ ਕਰਨੀਆਂ, ਜਦੋਂ ਡਾਕਟਰਾਂ ਨੇ ਉੱਥੇ ਬੁਲਾਇਆ ਵੀ ਇਹਨੂੰ ਜ਼ਹਿਰਵਾ ਹੋ ਜੂ ਜੀ, ਇਹਨੇ ਬਚਣਾ ਨਹੀਂ, ਫਿਰ ਮੈਂ ਮੁੰਡੇ ਨੇ ਮਿਹਨਤਾਂ ਕਰਕੇ ਸਾਈਨ ਕਰਾਏ, ਮਸ਼ੀਨ ਲੈ ਕੇ ਗਿਆ, ਦੇਖ ਲਓ ਜੀ ਭਰੂਣ ਹੱਤਿਆ ਦੇ ਨਾਲ ਲੱਗੇ ਹੋਏ ਜੀ। ਘਰੋਂ ਕੱਢਿਆ ਹੀ, ਮੈਨੂੰ ਕਹਿੰਦੇ ਕੋਈ ਖਾਣਾ ਨਹੀਂ ਸੀ ਦਿੰਦੇ ਜੀ, ਮੈਨੂੰ ਨਾ ਕੰਮ ਕਰਨ ਦਿੰਦੇ ਸੀਗੇ, ਨਾ ਕਿਸੇ ਨੇ ਵੀ ਬੁਲਾਉਣਾ ਆਈ, ਮੈਨੂੰ ਕਹਿੰਦੇ ਨਿਕਲ ਜਾਈ ਸਾਡੇ ਘਰੋਂ, ਬਸ ਅਸੀਂ ਆਪਣੇ ਮੁੰਡੇ ਦੀ ਦੁਬਾਰਾ ਮੈਰਿਜ ਕਰਨੀ ਹੈ। ਉਸ ਤੋਂ ਬਾਅਦ ਮੈਮ ਕਹਿਣ ਲੱਗੇ ਵੀ ਤੂੰ ਮੇਰੇ ਪਸੰਦ ਨਹੀਂ ਹੈਗੀ, ਵੀ ਮੈਂ ਸੈਕੰਡ ਮੈਰਿਜ ਕਰਾਉਣੀ ਹੈ ਜੀ। ਫਿਰ ਉਹ ਕੁੱਟਮਾਰ ਕਰਕੇ ਮੇਰਾ ਸਹੁਰਾ ਸਾਹਿਬ ਛੱਡ ਗਏ ਸੀ ਜੀ, ਘਰੇ ਛੱਡ ਗਏ ਸੀਗੇ। ਉਸ ਤੋਂ ਬਾਅਦ ਮਤਲਬ ਮੇਰੇ ਪੇਟ ਦੇ ਵਿੱਚ ਪ੍ਰੈਗਨੈਂਸੀ ਸੀ ਜੀ 3 ਮਹੀਨਿਆਂ ਦੀ। ਮਤਲਬ ਕਿ ਪਹਿਲੇ ਘਰ ਵਾਲੀ ਹੋਣ ਦੇ ਬਾਵਜੂਦ ਸੈਕੰਡ ਮੈਰਿਜ ਮਤਲਬ ਕਰਾਈ ਹੈ ਮੇਰੇ ਸਹੁਰੇ ਨੇ। ਕਿੱਥੇ ਉਹਦੇ ਘਰ ਵਾਲੀ ਪਹਿਲੀ ਤਾਂ ਉੱਥੇ ਹੀ ਮੈਮ ਕੰਧ ਨਾਲ ਕੰਧ ਹੀ ਆ ਸਾਡੇ ਸਹੁਰੇ। ਆ ਦੇਖੋ ਜੀ, ਉਦੋਂ ਗੁਰਸਿੱਖ ਸੀਗਾ, ਕੀਰਤਨ ਕਰਦਾ ਸੀ, ਸਿੱਖ ਮਿਸ਼ਨਰੀ ਕਾਲਜ ਦੇ ਵਿੱਚ ਪੜ੍ਹਿਆ, 3 ਸਾਲ ਡਿਪਲੋਮਾ ਕੀਤਾ। ਪਾਪੇ ਨੇ ਇਹੀ ਸੋਚਿਆ ਵੀ ਚਲੋ ਮੇਰੀ ਧੀ ਸੌਖੀ ਵਸੂਗੀ, ਤੇ ਦਾਜ ਵੀ ਦਿੱਤਾ ਜੀ, ਰਜਮਾ ਪੈਸਾ ਵੀ ਦਿੱਤਾ, ਸਾਰਾ ਕੁਝ ਦਿੱਤਾ। ਹੁਣ ਵੀ ਮੇਰੇ ਫਾਦਰ ਦੀ ਡੈਥ ਹੋ ਗਈ, ਬ੍ਰਦਰ ਮੇਰੇ ਕੋਈ ਹੈ ਨਹੀਂ ਜੀ, ਹੁਣ ਵੀ ਮੈਥੋਂ ਹੀ ਪੈਸੇ ਦੀ ਮੰਗ ਕਰ ਰਿਹਾ। ਆ ਇਹਦੀ ਭੂਆ ਜੀ, ਇਸ ਮੁੰਡੇ ਦੀ, ਆ ਮਾਮੀ ਦੇ ਨਾਲ ਖੜਾ ਜੀ, ਜੱਫੀਆਂ ਪਾਈ, ਮੇਰੇ ਕੋਲੇ ਬਕਾਇਦਾ ਰਿਕਾਰਡਿੰਗਾਂ ਪਈਆਂ, ਸ਼ਰਾਬਾਂ ਪੀਂਦਿਆਂ ਦੀਆਂ ਵੀਡੀਓ ਪਈਆਂ, ਮੇਰੇ ਕੋਲੇ ਸੀਡੀਆਂ ਬਣੀਆਂ ਹੋਈਆਂ ਨੇ। ਆ ਇਹਨਾਂ ਨੇ ਦੇਖੋ, ਆ ਦਿਓਰ ਤੇ ਦਰਾਣੀ ਹੈ ਜੀ, ਪੁਰਤਗਾਲ ਦੇ ਵਿੱਚ। ਇਹਨਾਂ ਨੇ ਘਰੇ ਆਪਦੇ 2 ਮਹੀਨੇ ਤੱਕ ਰੱਖਿਆ, ਮੇਰੇ ਘਰ ਵਾਲੇ ਨੂੰ ਤੇ ਆ ਕੁੜੀ ਨੂੰ। ਆ ਕੇਸ ਦਾੜੀ ਕਟਾ ਕੇ ਹੁਣ ਇਹੋ ਜਿਹਾ ਬਣਿਆ ਹੋਇਆ, ਗਿਆਨੀ ਸੀਗਾ ਇਹ, ਗੁਰਸਿੱਖ ਕੀਰਤਨ ਕਰਦਾ ਸੀ। ਮੈਂ ਬਹੁਤ ਥਾਵੇਂ ਗਈ, ਵੂਮਨ ਸੈੱਲ 'ਚ ਗਈ, ਡੀਐਸਪੀ ਦੇ ਗਈ ਕਿ ਮੈਨੂੰ ਬਣਦਾ ਇਨਸਾਫ ਮਿਲਣਾ ਚਾਹੀਦਾ। ਉਹਨਾਂ ਨੇ ਸਾਡੇ ਨਾਲ ਠੱਗੀ ਕੀਤੀ ਤੇ ਆਪਣਾ ਪਾਗਲ ਮੁੰਡਾ ਮੇਰੇ ਨਾਲ ਵਿਆਹਤਾ, ਤੇ ਉਹ ਮੈਨੂੰ ਹਰ ਜਗ੍ਹਾ ਤੇ ਮੈਨੂੰ ਪਾਗਲ ਕਹਿੰਦੇ ਨੇ ਕਿ ਇਹ ਕੁੜੀ ਪਾਗਲ ਆ। ਉਹ ਮੇਰੇ ਮੈਡੀਕਲ ਰਿਪੋਰਟਸ ਵਗੈਰਾ ਤਿਆਰ ਕਰਾਈ ਬੈਠੇ ਨੇ ਕਿ ਇਹ ਕੁੜੀ ਪਾਗਲ ਆ। ਮੇਰੇ ਸਹੁਰੇ ਰੱਖਦੇ ਨਹੀਂ, ਕੁੱਟਮਾਰ ਬਹੁਤ ਕਰਦੇ ਆ। ਕੀ ਕਾਰਨ ਹੋ ਗਿਆ? ਮੈਮ ਦਾਜ ਮੰਗਦੇ ਆ ਜੀ, ਤੇ FIR ਕਰਵਾਈਆਂ ਸੀ, ਉਹਨਾਂ ਨੇ ਮੈਨੂੰ ਜ਼ਹਿਰ ਵੀ ਪਿਆਤਾ ਸੀ, ਮੈਂ ਪਰਚਾ ਵੀ ਕਰਾਇਆ, ਪਰ ਮੇਰੀ ਕੋਈ ਸੁਣਵਾਈ ਨਹੀਂ ਹੋਈ। 5 ਸਾਲ ਹੋ ਗਏ ਮੈਨੂੰ ਕੋਰਟ ਕਚਹਿਰੀਆਂ 'ਚ ਰੋਲਦੇ ਨੂੰ, ਆ 7 ਸਾਲਾਂ ਦਾ ਮੇਰਾ ਬੇਟਾ ਵੀ ਹੋ ਗਿਆ ਹੈ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ। ਮੈਂ ਹਾਂ ਮਨਦੀਪ ਕੌਰ ਸੰਧੂ। ਲਵਪ੍ਰੀਤ ਸਿੰਘ ਦੀ ਤਾਂ ਮੌਤ ਹੋ ਚੁੱਕੀ ਹੈ, ਇਸ ਦੁਨੀਆ ਤੋਂ ਰੁਖਸਤ ਹੋ ਗਿਆ ਹੈ, ਪਰ ਲਵਪ੍ਰੀਤ ਦੇ ਜਾਣ ਤੋਂ ਬਾਅਦ ਬਹੁਤ ਸਾਰੇ ਅਜਿਹੇ ਪਰਿਵਾਰ ਨੇ ਜਿਹੜੇ ਠੱਗੀ ਦੇ ਸ਼ਿਕਾਰ ਹੋਏ ਨੇ। ਕਈ ਅਜਿਹੀਆਂ ਕੁੜੀਆਂ ਇੱਥੇ ਆਪਣੇ ਬੱਚੇ ਲੈ ਕੇ ਰੋਂਦੀਆਂ ਫਿਰਦੀਆਂ ਨੇ, ਘਰ ਵਾਲੇ ਬਾਤ ਨਹੀਂ ਪੁੱਛਦੇ, ਕੋਈ ਵਿਦੇਸ਼ ਬੈਠਾ ਹੈ, ਕੋਈ ਆਰਮੀ ਦੇ ਵਿੱਚ ਹੈ, ਔਰ ਇਸ ਦੇ ਨਾਲ ਕੋਈ ਇੱਥੇ ਬਹੁਤ ਸਾਰੇ ਉਹ ਮੁੰਡੇ ਵੀ ਪਹੁੰਚੇ ਹੋਏ ਨੇ ਜਿਨ੍ਹਾਂ ਦੇ ਨਾਲ ਫਰਾਡ ਹੋਇਆ ਹੈ। ਵਿਦੇਸ਼ ਜਾ ਕੇ ਕੁੜੀਆਂ ਮੁੱਕਰ ਚੁੱਕੀਆਂ ਨੇ। ਆ ਪਿੱਛੇ ਬੁੱਢੀਆਂ ਰੋਂਦੀਆਂ ਮਾਵਾਂ ਆਈਆਂ ਨੇ, ਨਾਲ ਉਹਨਾਂ ਦੀਆਂ ਪਤਨੀਆਂ ਆਈਆਂ ਨੇ, ਹੱਥਾਂ 'ਚ ਬੱਚੇ ਚੱਕੇ ਹੋਏ ਨੇ, ਗੋਦ ਵਿੱਚ ਬੱਚੇ ਨੇ। ਇਹ ਪਹਿਲਾਂ ਤਸਵੀਰ ਦੇਖ ਲਓ, ਇਹ ਸਾਡੇ ਪੰਜਾਬ ਦੀ ਉਹ ਤਸਵੀਰ ਹੈ ਜਿਹੜੀ ਇਸ ਵੇਲੇ ਆ ਸਾਨੂੰ ਸਾਫ਼ ਦਿਖਾਈ ਦੇ ਰਹੀ ਹੈ। ਇਹ ਕੁੜੀਆਂ NRI ਲਾੜਿਆਂ ਦਾ ਜਿਹੜਾ ਸ਼ਿਕਾਰ ਹੋਈਆਂ ਨੇ, ਔਰ ਬਹੁਤ ਸਾਰੇ ਇੱਥੇ ਮੁੰਡੇ ਵੀ ਜੋ ਕੁੜੀਆਂ ਵਿਦੇਸ਼ ਜਾ ਕੇ ਮੁੱਕਰੀਆਂ ਨੇ। ਇਹ ਦੋਨੇ ਪੱਖ ਇਸ ਵੇਲੇ ਝਲਕਦੇ ਦਿਖਾਈ ਦੇ ਰਹੇ ਨੇ। ਇਹ ਇਕੱਲੀ ਕੁੜੀ ਜਾਂ ਇਕੱਲੇ ਮੁੰਡੇ ਦਾ ਕਸੂਰ ਨਹੀਂ ਕਹਿ ਸਕਦੇ, ਇੱਥੇ ਮੁੰਡੇ ਵੀ ਅੱਜ ਬਰਾਬਰ ਤੇ ਗਲਤ ਨੇ, ਅੱਜ ਕੁੜੀਆਂ ਬਰਾਬਰ ਤੇ ਗਲਤ ਨੇ। ਆਹ ਤਸਵੀਰਾਂ ਉਹਨਾਂ ਭੈਣਾਂ ਦੀਆਂ ਨੇ, ਉਹਨਾਂ ਮਾਵਾਂ ਦੀਆਂ ਨੇ ਜੋ ਹੱਥਾਂ 'ਚ ਫੋਟੋ ਲੈ ਇਸ ਵੇਲੇ ਬੈਠੀਆਂ ਹੋਈਆਂ ਨੇ। ਇਹਨਾਂ ਦੇ ਨਾਲ ਇੱਕ ਵੱਡਾ ਧੋਖਾ ਹੋਇਆ। ਸਭ ਤੋਂ ਪਹਿਲਾਂ ਤਾਂ ਮੈਂ ਇਸ ਮਾਂ ਦੇ ਕੋਲ ਜਾਵਾਂਗੀ ਜਿਹਨੇ ਆਪਣੇ 9 ਪੁੱਤ ਦੀ ਫੋਟੋ ਜਿਹੜੀ ਇਸ ਵੇਲੇ ਹੱਥ ਵਿੱਚ ਫੜੀ ਆ। ਮਾਤਾ ਜੀ, ਕੀ ਗੱਲ ਹੋਈ ਹੈ, ਕੀ ਕੇਸ ਹੈ ਤੁਹਾਡਾ? ਇਹ ਜੀ ਮੁੰਡਾ ਵਿਆਹ ਸੀ ਮੈਂ, 12 ਸਾਲ ਹੋ ਗਏ ਧੱਕੇ ਖਾਂਦੀ ਨੂੰ ਮੈਨੂੰ, ਤੇ ਜਦੋਂ 12 ਸਾਲ ਹੋ ਗਏ ਉਹਨੂੰ ਕੋਰਸ ਵੀ ਮੈਂ ਕਰਾਇਆ, ਮਹਿਲ ਕਰਾਂ, ਤੇ ਸਾਰਾ ਕੁਝ ਕਰਾਇਆ। ਉਸ ਤੋਂ ਬਾਅਦ 'ਚ ਜਦੋਂ ਪੜ੍ਹ ਲਿਖ ਗਈ ਤੇ ਅਸੀਂ ਇੱਥੇ ਕਿੰਗ ਕਾਲਜ 'ਚ ਲਾਤੀ ਵੀ ਤੂੰ ਪੜ੍ਹਾਇਆ ਕਰ ਬੱਚਿਆਂ ਨੂੰ। ਜਦੋਂ ਕੋਰਸ ਪੂਰਾ ਹੋ ਗਿਆ ਉਹ ਤੋਂ ਬਾਅਦ ਜਿਹੜੀ ਉਹਦੀ ਪੇ ਮਿਲਦੀ ਸੀ ਉਹਦਾ ਪਿਓ ਫੜ ਕੇ ਜਾਂਦਾ ਸੀਗਾ। ਉਸ ਤੋਂ ਬਾਅਦ ਉਹਨਾਂ ਨੇ, ਪਿਓ ਨੇ ਆਖਿਆ ਜੀ ਇਹ ਤਾਂ ਇਹਨਾਂ ਦੇ ਕੰਟਰੋਲ 'ਚ ਨਾ ਹੋ ਜੇ, ਸਾਤੋਂ ਚੋਰੀਆਂ ਲਿਜਾ ਕੇ ਚੰਡੀਗੜ੍ਹ ਫੋਟੀ ਹਸਪਤਾਲ 'ਚ ਲਾਤੀ ਜੀ। ਉੱਥੇ ਲਾ ਕੇ ਉਸ ਤੋਂ ਬਾਅਦ ਮੁੰਡਾ ਮੇਰਾ ਕਹਿਣ ਲੱਗਿਆ ਵੀ ਮੈਂ ਉੱਥੇ ਨਹੀਂ ਲਾਉਣੀ ਹੈਗੀ, ਵੀ ਮੈਂ ਇੱਥੇ ਹੀ ਲਾਊਂਗਾ, ਵੀ ਮੇਰੇ ਹੱਥਾਂ ਤੜਕੇ ਜਦੋਂ ਘਰੇ ਆਇਆ ਕਰੇ, ਤੇ ਛੋਟਾ ਬੱਚਾ, ਬੱਚੇ ਦਾ ਖਿਆਲ ਰੱਖੇ। ਤੇ ਕਹਿੰਦੀ ਜੀ, ਉਹਦਾ ਮਾਂ ਪਿਓ ਕਹਿੰਦਾ ਅਸੀਂ ਤਾਂ ਇੱਥੇ ਲੱਗਣ ਹੀ ਨਹੀਂ ਦੇਣੀ।
ਜਦੋਂ ਨਾ ਲੱਗਣ ਦਿੱਤੀ ਜੀ ਉਹਨਾਂ ਨੇ ਉੱਥੇ ਰੱਖੀ। ਮੁੰਡਾ ਲੜਾਈਆਂ ਝਗੜੇ ਕਰਦਾ ਰਿਹਾ ਤੇ ਬਹੁਤ ਕੁਛ ਕੀਤਾ ਮੁੰਡੇ ਨੇ। ਮੈਂ ਮਰ ਜੂੰਗਾ, ਮੈਂ ਸਪਰੇਅ ਪੀ ਜੂ, ਇੱਕੋ ਇੱਕ ਬੇਟਾ ਮੇਰੇ। ਅਸੀਂ ਉਹਨੂੰ ਬਹੁਤ ਸਮਝਾਇਆ, ਪੁੱਤਾਂ ਇਹ ਕੰਮ ਨਾ ਕਰੀ, ਐਂ ਨਾ ਕਰੀ, ਮੈਂ ਮਰ ਜੂ, ਮੈਂ ਮਸਾਂ ਦੇਖਿਆ ਤੈਨੂੰ। ਤੁਸੀਂ ਆਪਣੀ ਨੌਂ ਨੂੰ ਕੈਨੇਡਾ ਭੇਜਿਆ ਹੈ? ਮੇਰੀ ਗੱਲ ਸੁਣੋ ਜੀ, ਉਦੋਂ ਬਾਅਦ ਚ ਜਦੋਂ ਮੈਂ ਸਾਰੇ ਉਹਨੂੰ ਕੋਰਸ ਕਰਾ ਤੇ ਉਹਦੇ ਮਾਪਿਓ ਨੇ ਸਾਤੋਂ ਚੋਰੀਆਂ, ਇਹ ਨਹੀਂ ਪਤਾ ਕਿਸੇ ਨਾਲ ਵਿਆਹ ਕਰਕੇ, ਐ ਨਹੀਂ ਪਤਾ ਕਿਹੜੇ ਤੌਰ ਤੇ ਕੈਨੇਡਾ ਪਹੁੰਚਾਤੀ। ਹਾਂ, ਅਸੀਂ ਉਹਨੂੰ ਬਿਲਕੁਲ ਵੀ ਅਸੀਂ ਕੈਨੇਡਾ ਤੋਰ ਕੇ ਰਾਜੀ ਨਹੀਂ ਸੀ ਇਸ ਗੱਲ 'ਚ, ਤੇ ਸਾਤੋਂ ਬੇਵਾਰਾ ਹੋ ਕੇ ਰਾਤੇ ਰਾਤ ਉਹਨਾਂ ਨੇ ਪਤਾ ਨਹੀਂ ਕੀ ਕੁਝ ਕੀਤਾ। ਤੁਸੀਂ ਇਹਨਾਂ ਦੇ ਨੌਂ? ਹਾਂਜੀ। ਤੇ ਜਦੋਂ ਉਹ ਕੈਨੇਡਾ ਚੋਰੀਆਂ ਸਾਤੋਂ ਤੋਰਤੀ, ਅਸੀਂ ਉਹਨਾਂ ਦੇ ਫੇਰ ਵੀ ਪੈਰੇ ਹੱਥ ਲਾਏ ਵੀ ਆਪਦੇ ਬੇਟੇ ਨਾਲ ਗੱਲ ਕਰ ਲੈ, ਨਿੱਕਾ ਜਿਹਾ ਬੱਚਾ ਹੈ ਵੀ, ਬੱਚਾ ਰੋਂਦਾ ਹੈਗਾ, ਇਹਦੇ ਨਾਲ ਗੱਲ ਕਰੇ। ਉਹਦਾ ਪਿਓ ਕਹਿੰਦਾ ਬਿਲਕੁਲ ਨਹੀਂ ਗੱਲ ਹੋਣ ਦੇਣੀ, ਅਸੀਂ ਗੱਲ ਨਹੀਂ ਹੋਣ ਦਿੰਦੇ। ਆ ਉਹਦਾ ਭਰਾ ਹੈ, ਹੁਣ ਆਪਦੇ ਭਰਾ ਨੂੰ ਕੈਨੇਡਾ ਬੁਲਾ ਰਹੀ ਆ, ਆਪਦੇ ਮਾਪਿਓ ਦੀ ਮੈਨੂੰ ਮਾਤਾ ਜੀ, ਜਦੋਂ ਤੁਹਾਡੇ ਘਰੇ ਵਿਆਹ ਕੇ ਆਈ ਸੀ ਨੌਂ, ਉਦੋਂ ਬੱਚਾ ਤੁਹਾਡੇ ਘਰ ਹੋਇਆ? ਹਾਂਜੀ, ਘਰ ਹੋਇਆ ਮੇਰੇ। ਆ ਸੀ ਫੋਟੋਆਂ ਜੀ ਬੱਚੇ ਦੀਆਂ ਮੇਰੇ ਕੋਲੇ ਨੇ, ਆ ਸੀ ਬੱਚਾ। ਆ ਦੇਖ ਲਓ, ਆ ਛੋਟਾ ਜਿਹਾ ਬੱਚਾ ਇਸ ਵੇਲੇ 12 ਕੁ ਸਾਲ ਦਾ ਹੋ ਚੁੱਕਾ ਹੈ। ਸੋ ਹੁਣ ਇਹ ਬੱਚਾ ਆਪਣੀ ਮਾਂ ਨੂੰ, ਇਹਨੇ ਕੀ ਪਤਾ ਵਿਚਾਰੇ ਨੂੰ ਮੇਰੀ ਮਾਂ ਕੌਣ ਹੈ। ਹੁਣ ਜਦੋਂ ਬੱਚਾ ਸਕੂਲ 'ਚ ਭੇਜਦੀ ਆ, ਬੱਚਾ ਆ ਕੇ ਰੋਂਦਾ ਹੈ, ਮੰਮੀ ਹਰੇਕ ਦੀ, ਮੰਮੀ ਦਾਦੀ ਹਰੇਕ ਦੀ ਮਾਂ, ਮੰਮੀ ਸਾਈਨ ਕਰ ਜਾਂਦੇ, ਮੇਰੀ ਮੰਮੀ ਕਿੱਥੇ? ਜਵਾਕ ਕਹਿੰਦਾ ਵੀ ਤੈਨੂੰ ਛੱਡ ਕੇ ਵਾਗੀ, ਮੰਮੀ ਉਹ ਕਿੱਥੇ ਵਾਗੀ? ਛੱਡ ਦਾਦੀ, ਦੱਸ ਮੈਨੂੰ, ਮੈਂ ਕਿੱਥੇ ਦੱਸਾਂ? ਮੇਰਾ ਸਭ ਕੁਝ ਵਿਕ ਗਿਆ, ਅੱਜ ਮੇਰੇ ਕੋਲ ਕੁਝ ਨਹੀਂ ਰਿਹਾ। ਹੁਣ ਉਹ ਕੈਨੇਡਾ ਬੈਠੀ ਆ, ਹੁਣ ਆਪਦੇ ਭਰਾ ਨੂੰ ਇਹਨੂੰ ਬੁਲਾ ਰਹੀ ਆ, ਚਾਚਾ ਹੈ, ਤੇ ਆ ਪਿਓ, ਆ ਮਾਂ, ਆ ਪਿਓ ਹੈ। ਤੇ ਸਾਡੇ ਨਾਲ ਇੰਨਾ ਧੋਖਾ ਧੜੀ ਹੋਈ ਹੈ ਜੀ, ਜਿੰਨਾ ਵੀ ਕਹਿ ਦੋ। ਤੁਹਾਨੂੰ ਜਦੋਂ ਤੁਸੀਂ ਕੈਨੇਡਾ ਨਹੀਂ ਭੇਜਿਆ ਸੀ, ਉਹਨਾਂ ਦੇ ਮਾਪਿਓ ਨੇ ਪੈਸੇ ਲਾ ਕੇ ਭੇਜਿਆ? ਕੁੜੀ ਦੇ ਮਾਪਿਆਂ ਨੇ ਪੈਸੇ ਅਸੀਂ ਲਾਏ ਜੀ ਸਾਰੇ। ਸਾਨੂੰ ਇਹ ਮਗਰੋਂ ਆਈ ਨਹੀਂ ਮੁਸਕ ਕੱਢਿਆ ਵੀ ਅਸੀਂ ਪੈਸੇ ਕਿੱਥੇ ਲਾਉਨੇ ਆ। ਮੈਂ ਲਕਲਾ ਕੋਰਸ ਕਰਾਇਆ 3.5 ਸਾਲ ਦਾ ਜੀ, ਮੈਂ ਸਾਰੇ ਪੈਸੇ ਮੈਂ ਲਾਏ ਨੇ। ਜਦੋਂ ਅੰਮ੍ਰਿਤਸਰ ਪਾਗਲਾਂ ਵਾਲੇ ਹਸਪਤਾਲ ਡਿਊਟੀ ਲੱਗੀ, ਉੱਥੇ ਪੈਸੇ ਹੋਸਟਲ। ਡਾਕਟਰ ਸੀ ਉਹ? ਹਾਂਜੀ, ਡਾਕਟਰੀ ਦਾ ਕੋਰਸ ਕਰਾਇਆ ਜੀ ਮੈਂ। ਤੇ ਫਿਰ ਜੀ ਜਦੋਂ ਉੱਥੇ ਭਰੇ ਮੈਂ ਪੈਸੇ, ਤੇ ਫਿਰ ਇੱਥੇ ਭਰੇ ਪਟਿਆਲੇ, ਫਿਰ ਚੰਡੀਗੜ੍ਹ ਭਰੇ। ਕਿੰਨਾ ਖਰਚਾ ਹੋ ਗਿਆ ਤੁਹਾਡਾ? ਸਾਡਾ 8-10 ਲੱਖ ਰੁਪਇਆ, 20 ਲੱਖ ਵਾਂਗੂ ਹੀ ਲੱਗ ਗਿਆ ਜੀ ਸਾਰੇ ਕਾਸੇ ਤੇ। ਹੁਣ ਸਾਡੇ ਨਾਲ ਗੱਲ ਵੀ ਨਹੀਂ ਕਰਦੀ। ਜਦੋਂ ਕੈਨੇਡਾ ਗਈ ਆ ਉਹ, ਤਾਂ ਉੱਥੇ ਆ ਕੇ ਫੋਨ ਕੀਤਾ? ਨਾ ਜੀ, ਇੱਕ ਦਿਨ ਫੋਨ ਆਉਂਦਾ, ਉਹਦਾ ਚਾਚਾ ਕਰਾ ਕੇ ਗਿਆ, ਉਹਦੇ ਫੋਨ ਤੋਂ ਗੱਲਾਂ ਹੀ ਨਹੀਂ ਪਤਾ ਕਿੱਥੇ ਬੈਠੀ ਹੈ ਉਹ, ਕਿੱਥੇ ਨਾ, ਸਾਨੂੰ ਦੱਸ ਨਹੀਂ ਰਹੇ ਜੀ, ਕੁਝ ਵੀ ਨਹੀਂ ਪਤਾ। ਹਾਂਜੀ, ਮੈਡਮ ਅਸੀਂ ਉਹਨਾਂ ਦੇ ਵੀ ਸਾਨੂੰ 12 ਸਾਲ ਹੋ ਗਏ ਮਿੰਨਤਾਂ ਕਰਦੇ ਵੀ ਸਾਨੂੰ ਇੱਕ ਵਾਰੀ ਸਾਨੂੰ ਮਿਲਾ ਤਾਂ ਦੇਵੋ, ਆਪਦੇ ਬੱਚੇ ਨੂੰ ਤਾਂ ਕੇਅਰ ਕਰਕੇ ਦੇਖ ਲੈ ਵੀ ਮੇਰਾ ਬੱਚਾ ਹੈਗਾ ਜਾਂ ਨਹੀਂ ਹੈਗਾ। ਪਰ ਉਹਦੀ ਮਾਂ ਤੇ ਉਹਦਾ ਪਿਓ ਤੇ ਉਹਦਾ ਭਰਾ ਪਵਨਦੀਪ ਤੇ ਇੱਕ ਉਹਦਾ ਚਾਚਾ ਹਾਕਮ ਸਿੰਘ, ਇਹਨਾਂ ਨੇ ਸਾਨੂੰ ਆਪਦੇ ਫੋਨ ਤੋਂ ਗੱਲ ਕਰਾਈ, ਸਾਨੂੰ ਉਹਦਾ ਕਨੈਕਟ ਨੰਬਰ ਨਹੀਂ ਦੇ ਰਹੇ। ਤੁਸੀਂ ਦੋ ਪਰਿਵਾਰਾਂ ਦਾ ਆਪਸ 'ਚ ਰਿਸ਼ਤਾ ਜੁੜਦਾ ਏ, ਉਹਨਾਂ ਦਾ ਪਰਿਵਾਰਾਂ 'ਚ ਕੋਈ ਆਉਣਾ ਜਾਣਾ ਹੈ ਨਹੀਂ? ਨਾ ਜੀ, ਹੁਣ ਸਾਡੇ ਮੁੱਕਿਆ ਤੀ, ਮੈਂ ਜਾ ਕੇ ਆਈਆਂ, ਸਭ ਕੁਝ ਭੋਗ ਤੇ ਵੀ ਗਈਆਂ, ਸੰਸਕਾਰ ਵੀ ਕਰਾ ਕੇ ਆਈਆਂ, ਪਰ ਉਹਨਾਂ ਨੇ ਕਿਸੇ ਨੂੰ ਮੇਰੇ ਨਾਲ ਗੱਲ ਨਹੀਂ ਕਰਨ ਦਿੱਤੀ, ਕੋਈ ਮੁਸਕ ਨਹੀਂ ਕੱਢਿਆ ਜੀ। ਤੁਸੀਂ ਪੁਲਿਸ ਕੋਲ ਸ਼ਿਕਾਇਤ ਕੀਤੀ ਹੈ? ਹਾਂਜੀ ਹਾਂਜੀ, ਪੁਲਿਸ ਕੋਲ ਆ ਜੀ, ਰਿਪੋਰਟਾਂ ਨੇ ਮੇਰੇ ਕੋਲ, ਸਭ ਕੁਝ ਹੈ ਜੀ। ਭਰੂਣ ਹੱਤਿਆ ਕਰਾਤੀ 4 ਵਾਰ, ਉਹਦੇ ਪਿਓ ਨੇ ਸਾਤੋਂ ਚੋਰੀਆਂ, ਉਹ ਵੀ ਰਿਪੋਰਟਾਂ ਨੇ ਆ ਸਾਰੀਆਂ ਦੇ। ਬੱਚਾ ਲਿਆ ਜੀ ਇਹਦਾ, ਉਹ ਬੱਚਾ ਸੀ ਮਗਰ ਫਿਰ ਕੇ ਰੱਖ ਕੇ ਬੱਚਾ ਲਿਆ ਸੀ ਵੀ ਚੱਲ ਸਾਡੇ ਘਰ ਵਸ ਜੂਗਾ, ਪਰ ਉਹਨਾਂ ਨੇ ਘਰ ਨਹੀਂ ਵਸਣ ਤਾਂ ਮਾਂ-ਬਾਪ ਦੀ ਬੇਅਦਬੀ ਨਾਲ ਇਹ ਸਾਡਾ ਘਰ ਖਰਾਬ ਹੋ ਗਿਆ, ਸਾਰਾ ਕੁਝ ਵਿਕ ਗਿਆ ਜੀ ਸਾਡਾ। ਆ ਦੇਖੋ, ਰਿਪੋਰਟਾਂ ਵੀ ਪੁਲਿਸ ਦੀਆਂ ਨੇ, ਪਰ ਕੁੜੀ ਕੈਨੇਡਾ ਜਾ ਕੇ ਮੁੱਕਰ ਗਈ ਹੈ ਔਰ ਇੱਥੇ ਫੋਨ ਤੇ ਗੱਲਬਾਤ ਨਹੀਂ ਕਰਦੀ। ਇੱਕ ਐਸੀ ਮਾਂ ਜਿਹਨੇ ਆਪਣੀ ਕੁੱਖ ਤੋਂ ਪੁੱਤ ਨੂੰ ਜਨਮ ਦਿੱਤਾ ਹੋਵੇ ਤੇ ਪੁੱਤ ਹੀ ਭੁੱਲ ਜੇ, ਇਹ ਹਾਲਾਤ ਹੋ ਗਏ ਨੇ ਸਾਡੇ। ਹੋਈਆਂ ਨੇ ਜੀ, ਆ ਭਰੂਣ ਹੱਤਿਆ ਦੇ ਨਾਲ ਨੇ ਜੀ, ਸਾਰਾ ਕੁਝ ਲੱਗਿਆ ਹੋਇਆ ਜੀ। ਇਹ ਮਾਂ ਨੇ ਤੇ ਬਾਪ ਨੇ ਭਰੂਣ ਹੱਤਿਆ ਕਰਵਾਈ ਹੈ ਜੀ, ਇੱਕ ਭਰਾ ਪਵਨਦੀਪ, ਇਹ ਤਿੰਨੇ ਚਾਰੇ ਰਲ ਕੇ ਭਰੂਣ ਹੱਤਿਆ ਕਰਾਉਂਦੇ ਸੀ ਜੀ ਇਹਨਾਂ ਦੀ। ਤੇ ਅਸੀਂ ਕਹਿੰਦੇ ਸੀ ਵੀ ਸਾਡਾ ਘਰ ਵਾਜੂ, ਪਰ ਸਾਡਾ ਘਰ ਉਹਨਾਂ ਨੇ ਵਸਣ ਦਿੱਤਾ ਜੀ। ਮੈਂ ਇੱਕ ਬੱਚਾ ਮਸਾ ਲੈਤਾ, 3 ਵਾਰਾਂ ਚੁੱਪ ਕਰ, 3 ਵਾਰਾਂ ਮੈਂ ਭਰੂਣ ਹੱਤਿਆ ਉਹਨਾਂ ਨੇ ਕਰਾਤੀ, 3 ਵਾਰਾਂ ਪੈਸੇ ਮੇਰੇ ਲੱਗੇ ਨੇ। ਫਿਰ ਵੀ ਮੁੰਡੇ ਨੇ ਮਿਹਨਤਾਂ ਕਰੀਆਂ, ਜਦੋਂ ਡਾਕਟਰਾਂ ਨੇ ਉੱਥੇ ਬੁਲਾਇਆ ਵੀ ਇਹਨੂੰ ਜ਼ਹਿਰਬਾ ਹੋ ਜੂ ਜੀ, ਇਹਨੇ ਬਚਣਾ ਨਹੀਂ। ਫਿਰ ਮੈਂ ਮੁੰਡੇ ਨੇ ਮਿਹਨਤਾਂ ਕਰਕੇ ਸਾਈਨ ਕਰਾਏ, ਮਸ਼ੀਨ ਲੈ ਕੇ ਗਿਆ, ਦੇਖ ਲਓ ਜੀ ਭਰੂਣ ਹੱਤਿਆ ਦੇ ਨਾਲ ਲੱਗੇ ਹੋਏ ਜੀ। ਅਸੀਂ ਤਾਂ ਨਹੀਂ ਸੀ ਜੀ ਉਹਨੂੰ ਕਿਸੇ ਜੌਬ ਤੇ ਲਾਉਂਦੇ, ਕਿਉਂਕਿ ਸਾਨੂੰ 2 ਵਾਰੀ 40 ਹਸਪਤਾਲ ਚੋਂ ਸ਼ਿਕਾਇਤ ਆ ਗਈ ਸੀ। ਸਟੇਸ਼ਨ ਤੇ ਵੀ ਅਸੀਂ ਇੱਕ ਮੁੰਡੇ ਨਾਲ ਗੱਲ ਕਰਦੀ ਫੜ ਲਈ ਸੀ, ਅਸੀਂ ਉਹਦੇ ਘਰੇ ਵੀ ਗਏ ਸੀ ਮੁੰਡੇ ਦੇ, ਪਰ ਉਹਨੇ ਸਾਨੂੰ ਕੋਈ ਰਾਹ ਨਹੀਂ ਦਿੱਤਾ। ਸਾਡੇ ਨਾਲ CMC ਵੀ ਸੁਖਜੀਤ ਕੌਰ ਸੁੱਖੀ ਸਾਡੇ ਨਾਲ ਨੇ, ਉਹਨਾਂ ਨੂੰ ਵੀ ਪੁੱਛਿਆ ਜਾਵੇ ਵੀ ਅਸੀਂ ਕਿਹੋ ਜਿਹੇ ਬੰਦੇ ਆ ਤੇ ਉਹ ਕਿਹੋ ਜਿਹੇ ਜੀ। ਤੇ ਫਿਰ ਉਦੋਂ ਬਾਅਦ ਜੀ ਸਾਨੂੰ ਹੁਣ ਇਹ ਮਾਂ ਪਿਓ ਇਹ ਨਹੀਂ ਦੱਸ ਰਿਹਾ, ਹੁਣ ਸਾਥੋਂ ਚੋਰੀ ਸਾਰਾ ਕੁਝ ਕਰ ਰਹੇ ਨੇ। ਸਾਨੂੰ ਇੱਕ ਵਾਰੀ ਇਨਸਾਫ ਦਿਵਾਇਆ ਜਾਵੇ, ਸਾਡੇ ਹੱਥ ਬੰਨ੍ਹ ਕੇ ਬੇਨਤੀ ਹੈ ਵੀ ਜਿਹੜੀਆਂ ਕੁੜੀਆਂ ਉਧਰ ਜਾ ਕੇ ਕਿਸੇ ਦੇ ਮਾਂ-ਬਾਪ ਲੌਤੇ ਪੁੱਤਰ ਨੂੰ ਇਹੋ ਜਿਹਾ ਕੁਝ ਕਰਵਾ ਕੇ ਮੌਤ ਦਾ ਸ਼ਿਕਾਰ ਬਣਾਉਂਦੀਆਂ, ਪਰ ਉਹਨਾਂ ਨੂੰ ਉਧਰੋਂ ਕੱਢਿਆ ਜਾਵੇ ਵੀ, ਪਰ ਇੱਧਰ ਜੋਗਰੀਆਂ ਰਹਿ ਜਾਣ ਜੀ। ਸਾਡੀ ਤਾਂ ਇਹੀ ਹੱਥ ਬੰਨ੍ਹ ਕੇ ਬੇਨਤੀ ਹੈ
ਵੀ ਸਾਨੂੰ ਵਾਪਸ ਹੋਣੀਆਂ ਚਾਹੀਦੀਆਂ ਨੇ। ਸਾਡੇ ਨਾਲ ਕੋਈ ਤਾਂ ਨਿਬੇੜਾ ਕਰੇ। ਸਾਨੂੰ 12 ਸਾਲ ਹੋ ਗਏ ਰੁਲਦਿਆਂ ਨੂੰ ਜੀ। ਅਸੀਂ ਲਹਿੰਗੇ ਦਾ ਖਰਚਾ ਵੀ ਆਪ ਦਿੱਤਾ, ਪਾਰਲਰ 'ਚ ਵੀ ਅਸੀਂ ਆਪ ਖੁਦ ਤਿਆਰ ਕਰਵਾਈ ਆ। ਉਹ ਸਾਡਾ ਜਿਹੜਾ ਵਿਚੋਲਾ ਉਹਨੂੰ ਪੁੱਛਿਆ ਜਾਵੇ, ਉਹ ਸਾਡਾ ਮੌਕੇ ਦਾ ਗਵਾਹ ਹੈ ਵੀ ਜਿਹੜੇ ਉਹਦੇ ਬਿਸਤਰਿਆਂ 'ਚ ਮਤਲਬ ਕਿ ਰੂਮ ਪਵਾਈ ਹੈ, ਬਿਸਤਰਿਆਂ 'ਚ ਪੰਜ ਪਵਾਈ ਹੈ, ਉਹ ਵੀ ਅਸੀਂ ਆਪਣੇ ਕੋਲੋਂ ਪਵਾਈ ਹੈ ਜੀ। ਮੇਰੇ ਮਾਂ-ਬਾਪ ਨੇ ਕੁਝ ਨਹੀਂ ਲੁਕੋਇਆ। ਮੇਰਾ ਵਿਆਹ ਕੀਤਾ, ਸਿੰਪਲ ਵਿਆਹ ਕੀਤਾ, ਪਰ ਉਹਦੀ ਸਿਫਾਰਿਸ਼ ਚੰਡੀਗੜ੍ਹੋਂ ਮਰ ਕੇ ਆਰਕੈਸਟਰਾ ਮੰਗਵਾਈਆਂ ਅਸੀਂ ਉਹਦੀ ਸਪੈਸ਼ਲ ਮੰਗ ਤੇ। ਕਹਿੰਦੀ ਮੈਂ ਫੇਰ ਵਿਆਹ ਕਰਾਉਂ, ਮੈਨੂੰ ਚੰਡੀਗੜ੍ਹੋਂ ਆਰਕੈਸਟਰਾ ਚਾਹੀਦੀਆਂ। ਅਸੀਂ ਉਹ ਵੀ ਮੰਗਵਾਈਆਂ ਜੀ, ਪਰ ਹੁਣ ਸਾਡਾ ਘਰ ਖੱਜਲ ਖਵਾਰ ਕਰਤਾ, ਸਾਨੂੰ ਇੰਨਾ ਕੰਗਾਲ ਕਰਤਾ ਕਿ ਅਸੀਂ ਕੁਝ ਕਹਿ ਨਹੀਂ ਸਕਦੇ। ਸਾਡੀ ਇਹੀ ਬੇਨਤੀ ਹੈ ਵੀ ਉਹ ਵਾਪਸ ਹੋਣੀ ਚਾਹੀਦੀ ਹੈ, ਸਾਨੂੰ ਇਨਸਾਫ ਦਿਵਾਉਣਾ ਚਾਹੀਦਾ। ਸਾਨੂੰ ਮਾਂ-ਬਾਪ ਐਂ ਦੱਸੇ ਵੀ ਹਾਂ ਕਿੱਥੇ ਹੈ ਜੀ, ਕਿੱਥੇ ਨਹੀਂ ਹੈਗੀ। ਸਾਨੂੰ ਇੱਕ ਵਾਰੀ ਉਹਨਾਂ ਦੇ ਮਾਂ-ਬਾਪ ਨੂੰ ਵੀ ਖਿੱਚਿਆ ਜਾਵੇ। ਅਸੀਂ ਸਾਡੀ ਥਾਣੇ 'ਚ ਵੀ, ਵੂਮੈਨ ਸੈੱਲ 'ਚ ਵੀ ਸਾਡੀ ਦਰਖਾਸਤ ਗਈ ਆ, ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ। ਕੀ ਗੱਲ ਅਸੀਂ ਗਰੀਬ ਹਾਂ, ਇਸ ਕਰਕੇ ਨਹੀਂ ਸਾਡੀ ਗਵਰਨਮੈਂਟ ਸੁਣਵਾਈ ਕਰ ਰਹੀ। ਇਹਨਾਂ ਦਾ ਕੇਸ ਹੈ। ਅਗਲਾ ਕੇਸ ਮਾਤਾ ਜੀ ਕੀ ਗੱਲ ਹੋ ਗਈ ਆ? ਬੇਟੇ ਮੇਰੀ ਨੂੰਹ ਨਾ ਮੇਰੀ ਛੋਟੀ ਜੀ 2.5 ਸਾਲਾਂ ਦੀ ਬੱਚੀ ਨੂੰ ਲੈ ਗਈ। ਮੇਰੇ ਮੁੰਡੇ ਨੂੰ ਟੀਬੀ ਹੋ ਗਈ ਸੀ। ਉਹ ਕਹਿੰਦੇ ਕਿ ਵੀ ਬੱਚੇ ਨੂੰ ਕੋਲੇ ਨਾ ਰੱਖੋ। ਉਹ ਪੁੱਤ ਮੈਨੂੰ ਆਦੀ ਕਿ ਮੈਨੂੰ ਮੰਮੀ ਚੜਾਇਆ, ਮੈਂ ਚੜਾਇਆ ਹੀ। ਉਦੋਂ ਮੁੜ ਕੇ 15 ਦਿਨ ਤਾਂ ਮੁੰਡੇ ਨਾਲ ਗੱਲਾਂ ਕਰਦੀ ਰਹੀ, ਫਿਰ ਪੁੱਤੋਂ ਹਟ ਗਈ ਕਰਨੋਂ। ਤੇ ਹੁਣ 5 ਸਾਲ ਹੋ ਗਏ ਮੇਰੀ ਗੁੱਡੀ ਦੀ, 5ਵੇਂ ਸਾਲ ਮੇਰੀ ਗੁੱਡੀ ਦਾ। 4 ਸਾਲ ਘਰੋਂ ਗਈ ਨੂੰ ਹੋ ਗਏ ਤੇ ਮੁੰਡੇ ਨਾਲ ਗੱਲ ਨਹੀਂ ਸੀ ਕਰਦੀ। ਆਪਦਾ ਲਿਖਿਆ ਪਿਆ ਹੈਗਾ ਤੇ ਉਹ ਕਹਿੰਦਾ ਮੈਨੂੰ ਮੇਰੀ ਬੱਚੀ ਮਿਲਿਆ ਦਿਓ, ਮੈਨੂੰ ਮੇਰਾ ਬੱਚਾ ਮਿਲਿਆ ਦਿਓ। ਉਹਦੇ ਸਗਮੇ ਨਾਲ ਪੁੱਤੋਂ ਮਰ ਗਿਆ ਆਪਦੇ ਬੱਚੇ ਦੇ ਨਾਲ। ਮੈਂ ਇਕੱਲੀ ਰਹਿ ਗਈ। ਹੁਣ ਮੇਰੇ ਦਿਓਰ ਨੌ ਕਿੱਥੇ ਤੁਹਾਡੀ? ਨੂੰ ਪੇਕੀ, ਬੱਚਾ ਵੀ ਪੇਕੀ ਆ, ਆਪਦੇ ਨਾਲ ਹੀ ਆ ਉਹਦੇ। ਤੇ ਮੈਂ ਜਦੋਂ ਹੁਣ ਕਾਕਾ ਮਰ ਗਿਆ ਸੀ, ਮੈਂ ਕਿਹਾ ਵੀ ਘਰੇ ਰਹਿ ਆਪਦੇ, ਮੈਨੂੰ ਕੌਣ ਸੰਭੂਗਾ। ਨਹੀਂ ਮੇਰੀ ਸੁਣੀ ਨਹੀਂ ਉਹਨੇ। ਤੇ ਹੁਣ ਚਾਚਿਆਂ ਨਾਲ ਰਲ ਗਈ, ਆਪਦੇ ਮੇਰੇ ਦਿਓਰਾਂ ਨਾਲ ਰਲ ਗਈ। 2 ਹਿੱਸੇ ਲਿਆਈ ਜ਼ਮੀਨ ਦੇ। ਮੁੰਡੇ ਨੇ ਤਾਂ ਇਹ ਮੁੰਡੇ ਕੋਲੇ 1 ਹਿੱਸਾ ਸੀ, 2 ਮੇਰੇ ਕੋਲੇ ਸੀ। ਪੁੱਤ ਮੈਨੂੰ ਪੰਜੀ ਵੀ ਨਹੀਂ ਦਿੱਤੀ। ਮੈਨੂੰ ਸੱਦ ਕੇ ਕੁੱਟਮਾਰ ਕਰੀ। ਇੱਕ ਸਾਬਕਾ ਸਰਪੰਚ ਤੁਸੀਂ ਹੁਣ ਕੀ ਚਾਹੁੰਦੇ ਹੋ? ਤੁਹਾਡੀ ਜ਼ਮੀਨ ਕਿੱਥੇ ਆ ਹੁਣ? ਮੇਰੀ ਜ਼ਮੀਨ ਲੇਲ ਕਲਾਂ ਮੂਨਕ 'ਚ ਪੈਂਦੀ ਹੈ ਤੇ ਮੈਂ ਉੱਥੇ ਜਾ ਨਹੀਂ ਸਕਦੀ। ਮੈਨੂੰ ਖਤਰਾ ਹੈ, ਮੈਨੂੰ ਮਾਰ ਦੇਣਗੇ। ਤੁਹਾਡੀ ਜ਼ਮੀਨ ਕਿੰਨੀ ਹੈ? ਜ਼ਮੀਨ ਪੁੱਤ ਮੇਰੇ ਕੋਲ 3 ਕਿੱਲੇ ਆ। ਹੁਣ ਉਹ ਕੌਣ ਵਾਹੁੰਦਾ ਆ? ਉਹ ਬਾਉਂਦੇ ਨੇ ਠੇਕੇ ਵਾਲੇ। ਉਹ ਕੌਣ ਠੇਕੇ ਦਿੰਦਾ? ਤੁਸੀਂ ਆਪ ਦਿੰਦੇ ਹੋ? ਉਹੀ ਦੇ ਦਿੰਦੇ ਸੀ ਪਹਿਲਾਂ, ਬਸ ਇਕੱਠੀ ਵੰਡ ਲੈਂਦੇ ਸੀਗੇ। ਤੇ ਉਹ ਭੁੱਕੀਆਂ ਭਾਕੀਆਂ ਵੇਚਦੇ ਆ, ਬਲੈਕ ਕਰਦੇ ਆ ਮੇਰੇ ਦਿਓਰ। ਤੇ ਪੁੱਤ ਮੈਨੂੰ ਕੋਈ ਦਵਾਲ ਨਹੀਂ। ਮੈਨੂੰ ਬੁਲਾ ਲਿਆ ਕਿ ਠੇਕਾ ਲੈ ਲੈ। ਨੂੰ ਤਾਂ ਮੇਰੀ ਨੂੰ ਦੇਤਾ ਤੇ ਮੈਨੂੰ ਕੁੱਟਮਾਰ ਕਰੀ ਉਹਨੇ ਸਾਬਕਾ ਸਰਪੰਚ ਨੇ ਘਰੇ ਸੱਦ ਕੇ। ਉਹ ਸਾਬਕਾ ਸਰਪੰਚ ਆ ਜਿਹੜਾ, ਉਹ ਗੁੰਡਾ ਕਹਾਉਂਦਾ। ਉਹਦੇ ਮਗਰ ਉਹ ਐ ਕਹਿੰਦੇ ਨੇ ਵੀ ਆਪਾਂ ਕਿੱਲਾ ਵੰਡ ਲਾਂਗੇ, ਵੀ 2 ਕਿੱਲੇ ਤਾਂ ਅਸੀਂ ਰੱਖ ਲਾਂਗੇ ਤੇ ਵੀ ਕਿੱਲਾ ਤੂੰ ਲੈ ਲਈ। ਉਹ ਉਹਨਾਂ ਦੀ ਮਦਦ ਕਰਦਾ ਪੁੱਤ ਮੇਰੇ ਦਿਓਰਾਂ ਦੀ। ਤੇ ਮੈਨੂੰ ਇਸ ਵੇਲੇ ਮੈਨੂੰ ਖਤਰਾ ਇਸ ਵੇਲੇ। ਇਹ ਮਾਂ ਦਾ ਦੁੱਖ ਹੈ ਕਿ ਇਹਨਾਂ ਦੇ ਘਰ 'ਚ ਕੋਈ ਬਚਿਆ ਹੀ ਨਹੀਂ ਹੈਗਾ ਔਰ ਇਸ ਮਾਂ ਨੇ ਜ਼ਮੀਨ ਜਿਹੜੀ ਹੈ ਉਹ ਹਥਿਆਉਣ ਦੀ ਕੋਸ਼ਿਸ਼ ਕਰ ਰਹੇ ਨੇ। ਤੁਹਾਡਾ ਕੀ ਮਸਲਾ ਜੀ? ਬੇਟਾ 9 ਸਾਲ ਹੋ ਗਏ ਜੀ ਵਿਆਹੇ ਨੂੰ। ਕੋਈ ਉਹਨੇ ਪਹਿਲਾਂ ਸਾਨੂੰ 3 ਸਾਲ ਵਧੀਆ ਫੋਨ ਕਰਦੀ ਰਹੀ, ਆਉਂਦੀ ਜਾਂਦੀ ਵੀ ਰਹੀ। ਜਦ ਉਹਦਾ ਸਾਰਾ ਕੁਝ ਠੀਕ ਹੋ ਗਿਆ, ਫਿਰ ਉਹਦੇ ਭਾਈ ਨੇ ਪਤਾ ਨਹੀਂ ਉਹਨੂੰ ਕਿਵੇਂ ਵਿਚਲਾ ਲਿਆ, ਕਿਵੇਂ ਨਾ। ਫਿਰ ਅਸੀਂ 4-5 ਸਾਲ ਫਿਰ ਵੇਟ ਕੀਤੀ ਉਹਦੀ। ਫਿਰ ਉਸ ਤੋਂ ਬਾਅਦ 'ਚ ਅਸੀਂ ਕੇਸ ਲਾਤਾ। ਕੇਸ ਲਾਏ ਤੋਂ ਬਾਅਦ 'ਚ ਵੀ ਜੀ ਉਹ ਹੁਣ ਆ ਨਹੀਂ ਰਹੇ। ਨੌ ਕਿੱਥੇ ਆ? ਨੂੰ ਕੈਨੇਡਾ 'ਚ ਜੀ। ਪੁੱਤ ਕਿੱਥੇ ਆ? ਪੁੱਤ ਇੱਧਰ ਆ ਜੀ। ਕਿੰਨੇ ਸਾਲ ਹੋ ਗਏ ਵਿਆਹ ਨੂੰ? 9ਵਾਂ ਸਾਲ ਲੱਗਿਆ ਹੋਇਆ ਜੀ। 9 ਸਾਲ 'ਚ ਪੁੱਤ ਇੱਕ ਵਾਰ ਵੀ ਕੈਨੇਡਾ ਨਹੀਂ ਗਿਆ? ਜੀ ਹਾਂ, ਉਧਰ ਮੈਡਮ ਕੋਲ ਆ ਜੀ। ਉਹ ਦੂਜੀ ਕੋਲ, ਉਹਦੇ ਕੋਲ ਕਾਗਜ਼ ਪੱਤਰ ਨੇ ਤੇ ਕੋਈ ਉਹਨੇ ਸਾਡੀ ਕੋਈ ਉਹ ਨਹੀਂ ਕਰਦਾ। ਭਾਈ ਆਈ ਗਈ ਨਹੀਂ ਦਿੰਦਾ ਜੀ। ਹੁਣ 5 ਤਰੀਕ ਫੇਰ ਆ, ਫੇਰ ਕਹਿੰਦਾ ਗਾਹਾਂ ਕਰ ਲਓ। ਵਕੀਲਾਂ ਨਾਲ ਪਤਾ ਨਹੀਂ ਕੀ ਕਰਿਆ ਪਿਆ ਕੀ ਨਾ। 2.5 ਲੱਖ ਰਹਿੰਦਾ ਸਾਡਾ ਜੀ। 12 ਲੱਖ ਉਹਨਾਂ ਨੇ ਸਾਨੂੰ ਕਿਸ਼ਤਾਂ ਨਾਲ ਦਿੱਤਾ। 27 ਲੱਖ ਰੁਪਈਆ ਲੱਗਿਆ ਸੀ ਸਾਡਾ। ਤੁਸੀਂ ਜੋ 9 ਸਾਲ ਹੋ ਗਏ ਆ ਉਹ ਇੰਡੀਆ ਹੀ ਵਾਪਸ ਨਹੀਂ ਪਰਤੀ, ਫਿਰ ਕੋਈ ਡਿਵੋਰਸ ਮੰਗਿਆ, ਤਲਾਕ ਮੰਗਿਆ? ਕੁਛ ਨਹੀਂ ਮੰਗਿਆ ਜੇ। ਤਲਾਕ ਹੋਇਆ ਹੀ ਨਹੀਂ ਜੀ। ਤਲਾਕ ਤਾਂ ਨਾ ਦਿੰਦੀ ਆ ਨਾ ਲੈਂਦੇ ਆ। ਉਹ ਗੱਲੇ ਹੀ ਨਹੀਂ ਕੋਈ ਕਰ ਰਹੀ। ਫੋਨ ਤੇ ਕੋਈ ਗੱਲ ਹੁੰਦੀ ਆ? ਨਾ ਜੀ। 3 ਸਾਲ ਕੀਤਾ, ਉਸ ਤੋਂ ਬਾਅਦ 'ਚ ਕੋਈ ਫੋਨ ਨਹੀਂ ਕੀਤਾ ਉਹਨੇ ਸਾਨੂੰ। ਕੋਈ ਬੱਚਾ ਵੀ ਹੈ? ਨਹੀਂ ਜੀ, ਕੋਈ ਬੱਚਾ ਨਹੀਂਗਾ। ਆਹ ਦੇਖ ਲਓ, ਜਿਹੜੇ ਕਹਿੰਦੇ ਨਾ ਕਿ ਧੀਆਂ ਦਾ ਆਪਾਂ ਸਤਿਕਾਰ ਕਰਦੇ ਆ, ਮੁੰਡਿਆਂ ਦੇ ਬਰਾਬਰ ਨੇ। ਅੱਜ ਚਾਹੇ ਮੈਂ ਕੁੜੀ ਆ ਲੱਖ, ਪਰ ਮੈਂ ਇੱਕ ਕੁੜੀ ਹੋਣ ਦੇ ਨਾਤੇ ਜਿੱਥੇ ਜੋ ਗਲਤ ਹੈ ਉੱਥੇ ਬੋਲਾਂਗੀ। 9 ਸਾਲ ਹੋ ਗਿਆ ਇਹਨਾਂ ਦੇ ਪੁੱਤ ਵਿਆਹ ਸੀ। 9 ਇਸ ਵੇਲੇ ਕੈਨੇਡਾ ਬੈਠੀ ਹੋਈ ਹੈ, ਪਰ ਹਾਲੇ ਤੱਕ ਕੋਈ ਇਨਸਾਫ ਨਹੀਂ ਮਿਲਿਆ ਇਸ ਮਾਂ ਨੂੰ। 9 ਸਾਲ ਤੱਕ ਉਹਨੇ ਬੁਲਾਇਆ ਤੱਕ ਨਹੀਂ, ਉੱਥੇ ਜਾ ਕੇ ਨਾ ਗੱਲ ਕਰ ਰਹੀ ਹੈ। ਇਹ ਗਲਤ ਹੈ। ਕਿੰਨੀ ਦੇਰ ਤੱਕ ਅਸੀਂ ਮੁੰਡੇ ਪੰਡਾਂਗੇ, ਕਿੰਨੀ ਦੇਰ ਤੱਕ ਕੁੜੀਆਂ ਪੰਡਾਂਗੇ ਜੇ ਆ ਮਾਵਾਂ ਰੋਂਦੀਆਂ ਫਿਰਦੀਆਂ ਆਪਣੇ ਪੁੱਤਾਂ ਦੇ ਲਈ। ਮਾਤਾ ਜੀ ਤੁਹਾਡੀ ਉੱਥੇ ਪੈਸਾ ਕਿੰਨਾ ਖਰਚ ਹੋਇਆ ਤੁਹਾਡਾ? ਸਾਡਾ ਜੀ 27 ਲੱਖ ਲੱਗ ਗਿਆ। ਬਹੁਤ ਪੈਸਾ ਮੰਗਾਇਆ ਉਹਨੇ। ਮੇਰੀ ਨਣਦ ਵੀ ਸੀ ਉੱਥੇ, ਉਹਦੀ ਨੂੰਹ ਤੋਂ ਪੈਸੇ ਲਏ। ਸਾਲ ਭਰ ਉਹਨਾਂ ਕੋਲੇ ਰਹੀ। ਕੈਨੇਡਾ ਦੇ ਕਿਹੜੇ ਸ਼ਹਿਰ 'ਚ ਹੈ? ਟੋਰਾਂਟੋ 'ਚ ਤੇ
ਉਦੋਂ ਬਾਅਦ ਚ ਉਹ ਇੱਧਰ ਆ ਕੇ ਪਾਸਪੋਰਟ ਬਦਲਾ ਕੇ ਲੈ ਗਈ ਸਾਤੋਂ, ਕਹਿੰਦੀ ਮੇਰਾ ਹੋਰ ਕਰਾ ਕੇ ਦਵੋ, ਉਹ ਵੀ ਅਸੀਂ ਕਰਾਤਾ ਕੇ ਰਹੀ ਵੀ ਚੱਲ ਕਰਾ ਦੋ। ਇੱਕ ਵਾਰ ਫਾਈਲ ਵੀ ਲਾਈ, ਤੁਸੀਂ ਕਿਹਾ ਨਹੀਂ ਫਾਈਲ ਲਾਉਣੀ ਆ? ਲਾਤੀ ਦੀ ਜੀ, ਉਹਨੇ ਕਾਗਜ਼ ਹੀ ਨਹੀਂ ਸਹੀ ਦਿੱਤਾ ਸਾਨੂੰ, ਉਧਰੋਂ ਕਾਲਜ ਚੋਂ ਲੈ ਕੇ ਔਰ ਰਿਫਿਊਜ਼ਰ ਆ ਗਈ ਉਹਦੀ ਫਿਰ ਹੁਣ ਮੇਰੀ ਬੇਟੀ ਵੀ ਉਧਰ ਹੀ ਆ, ਉਹਨੇ ਫਿਰ ਸਾਨੂੰ ਕਿਹਾ ਵੀ ਤੁਸੀਂ ਦੇਖ ਲਓ, ਮੈਡਮ ਨੇ ਆਉਣਾ ਬਰਨਾਲੇ, ਵੀ ਤੁਸੀਂ ਉੱਥੇ ਪਤਾ ਕਰ ਲਓ ਮੰਮੀ ਵੀ ਤੁਹਾਡੀ ਕੋਈ ਹੱਲ ਹੋ ਜਾਊਗਾ ਉੱਥੇ। ਤੇ ਫਿਰ ਅਸੀਂ ਉਹਦੀ ਸੁਣ ਕੇ ਉਰੇ ਆਏ ਆ ਜੀ, ਕੱਲ ਸਾਨੂੰ ਉਹਨੇ ਨੈੱਟ ਤੇ ਭੇਜਿਆ ਉਧਰ ਬਾਹਰੇ, ਇਹਦੇ ਕਰਕੇ ਅਸੀਂ ਵੀ ਇੱਧਰ ਬੈਠੇ ਆ ਜੀ, ਜਦ ਬੇਟੇ ਦਾ ਹੀ ਨਹੀਂ ਕੁਛ ਬਣ ਰਿਹਾ ਅਸੀਂ ਵੀ ਕਿੱਥੇ ਜਾਈਏ। ਹੁਣ 9 ਸਾਲ ਬਹੁਤ ਹੁੰਦੇ ਆ, 9 ਸਾਲ ਥੋੜੇ ਨਹੀਂ ਆ, ਪਰ ਕੋਈ ਨਿਬੇੜ ਵੀ ਨਹੀਂ ਰਹੀ ਕਿ ਨਾ ਵੀ ਕੋਈ ਨਿਬੜੇ। ਪੇਕੇ ਕਿੱਥੇ ਨੇ, ਉਹਨਾਂ ਨਾਲ ਗੱਲਬਾਤ ਕੀਤੀ? ਛੋਟੇ ਚੱਕ ਨੇ ਜੀ, ਇੱਥੇ ਆਪਣੇ ਮਰੇਲਕੋਟ ਵਿੱਚ ਪੈਂਦਾ, ਤੇ ਦੂਜੀ ਉਹਨਾਂ ਦੇ ਆਹ ਜਿਹੜਾ ਭਰਾ ਉਹ ਬੜੌਦੇ ਚਲੇ ਜਾਂਦੇ ਨੇ, ਮਾਂ ਨੂੰ ਵੀ ਉੱਥੇ ਹੀ ਲੈ ਕੇ, ਹੁਣ ਉੱਥੇ ਬੜੌਦੇ ਅਗਲਾ ਕਿੱਥੋਂ ਲੱਭੇ ਉਹਨਾਂ ਨੂੰ। ਫੋਨ ਬਥੇਰੇ ਕਰਦੇ ਆ ਵੀ ਆ ਜਾਓ, ਆਉਂਦੇ ਹੀ ਨਹੀਂ, ਆਪਦੀ ਮਰਜ਼ੀ ਨਾਲ ਆਉਂਦਾ, ਗਾਹਾਂ ਤਰੀਕ ਨੰਗਾਇਆ ਆਉਂਦਾ ਫਿਰ ਆ ਜਾਂਦਾ। ਮੇਰਾ ਆ ਸਾਡਾ ਹਾਲ। ਪੁਲਿਸ ਕੋਲ ਸ਼ਿਕਾਇਤ ਹੈਗੀ ਆ? ਪੁਲਿਸ ਕੋਲ ਕਰੀ ਤੀ, ਮੁੰਡਾ ਲੈ ਕੇ ਆਇਆ ਕਾਗਜ਼ ਪੱਤਰ ਸਾਰੇ ਨਾਲ ਲੈ ਕੇ ਆਇਆ, ਉਹ ਉੱਥੇ ਉਧਰ ਮੈਡਮ ਨਹੀਂ ਗਈ, ਉਧਰ ਮੈਡਮ ਇੰਟਰਵਿਊ ਲੈ ਰਹੀ ਹੈ ਉਧਰ ਵੀ। ਹਾਂਜੀ ਆ ਦੇਖ ਲਓ ਜੀ, ਇਹ ਮਾਂ 9 ਸਾਲ ਤੱਕ ਆਪਣੀ ਨੌਂ ਦਾ ਹੀ ਵੇਟ ਕਰਦੀ ਪਈ ਹੈ। ਆ ਹਾਲਾਤ ਹੋ ਗਏ ਨੇ ਸਾਡੇ ਪੰਜਾਬ ਦੇ। ਤੇ ਇੱਧਰ ਆ ਭੈਣ ਨਾਲ ਗੱਲ ਕਰਦੇ ਆ, ਕੀ ਗੱਲ ਹੋਈ ਹੈ ਭੈਣੇ? ਤੁਸੀਂ ਵੀ ਵਿਆਹ ਕਦੋਂ ਹੋਇਆ ਤੁਹਾਡਾ? 30 ਅਗਸਤ ਨੂੰ ਹੋਈ ਹੈ ਮੈਮ ਮੇਰੀ ਮੈਰਿਜ। 30 ਅਗਸਤ 2020 ਨੂੰ ਹੋਈ। 20 ਚ? ਅੱਛਾ, ਇਸੇ ਪਿਛਲੇ ਸਾਲ। ਹਾਂਜੀ। ਤੇ ਕੀ ਗੱਲ ਹੋ ਗਈ ਆ? ਮੈਮ ਮੇਰੀ ਨਣਦ ਨੇ 35 ਸਾਲ ਦੇ ਅਨਮੈਰਿਡ, ਮੇਰੇ ਜੇਠ ਨੇ, ਇੱਕ ਉਹਨਾਂ ਦੇ ਮਾਮਾ ਜੀ ਦੀ ਬੇਟੀ ਆ 20 ਸਾਲ ਦੀ ਘਰੇ ਰਹਿੰਦੀ ਹੈ ਜੀ, ਮੇਰੇ ਸੱਸ ਸਹੁਰਾ ਜੀ, ਜਠਾਣੀ, ਜੇਠ, ਸਾਰਿਆਂ ਨੇ ਪਰੇਸ਼ਾਨ ਕੀਤਾ ਜੀ ਮੈਨੂੰ, ਕੁੱਟਮਾਰ ਕਰਕੇ ਘਰੋਂ ਕੱਢਿਆ। ਮੈਡਮ ਕਹਿੰਦੇ ਜੀ ਵਿਚੋਲਿਆਂ ਨੇ ਝੂਠ ਬੋਲਿਆ ਸਾਨੂੰ ਵੀ ਜਿੰਨਾ ਦਾਜ ਦਹੇਜ ਚਾਹੀਦਾ ਸੀ ਸਾਨੂੰ ਕਿਹਾ ਸੀਗਾ ਉਹਨਾਂ ਮਿਲਿਆ ਨਹੀਂ। 5 ਲੱਖ ਕੈਸ਼ ਦਿੱਤਾ ਜੀ ਅਸੀਂ, ਤੇ ਗਹਿਣੇ ਪਾਈ ਉਹਨਾਂ ਨੂੰ, ਫਰਨੀਚਰ ਦਿੱਤਾ। ਮੈਂ ਮੈਮ ਕੰਮ ਕਰਦੇ ਜੀ ਆਪਣਾ ਬੁਟੀਕ ਦਾ, ਤੇ ਕਹਿੰਦੇ ਸਾਨੂੰ ਮੈਨੂੰ ਘਰੋਂ ਕੱਢਤਾ ਜੀ, ਕਹਿੰਦੇ ਨੌਕਰੀ ਵਾਲੀ ਚਾਹੀਦੀ ਸਾਨੂੰ ਤਾਂ ਕੁੜੀ। ਪਹਿਲਾਂ ਕੋਈ ਗੱਲ ਨਹੀਂ ਕੀਤੀ ਐਵੇਂ ਦੀ ਉਹਨਾਂ ਨੇ, ਪਹਿਲਾਂ ਕਹਿੰਦੇ ਸਾਨੂੰ ਕੁਛ ਨਹੀਂ ਚਾਹੀਦਾ ਗਾ। ਮੈਂ ਅਸੀਂ ਜਵਾਬ ਵੀ ਦੇਤਾ ਸੀ ਰਿਸ਼ਤੇ ਨੂੰ, ਫਿਰ ਵੀ ਕਹਿੰਦੇ ਵੀ ਨਹੀਂ ਅਸੀਂ ਲੈਣਾ ਗਈ ਰਿਸ਼ਤਾ। ਬਾਅਦ 'ਚ ਮੈਨੂੰ ਪਰੇਸ਼ਾਨ ਕਰਨ ਲੱਗ ਗਈ ਘਰ, ਜਦੋਂ ਮੈਂ ਚਲੀ ਗਈ ਵਿਆਹ ਤੋਂ ਬਾਅਦ ਹੀ, ਵਿਆਹ ਤੋਂ ਪਹਿਲੇ ਦਿਨ ਹੀ ਲੱਗ ਗਈ ਪਰੇਸ਼ਾਨ ਕਰਨ ਮੈਨੂੰ। ਮੈਂ ਮੇਰੇ ਸਰਟੀਫਿਕੇਟ ਸੀ BA ਤੱਕ ਦੇ, ਉਹਨਾਂ ਨੇ ਕੱਢ ਲਈ ਮੇਰੀ ਅਲਮਾਰੀ 'ਚੋਂ, ਉਹ ਨਹੀਂ ਦੇ ਰਹੇ। ਮੈਂ ਮਨੀਸ਼ਾ ਕਲਾਟੀ ਮੈਡਮ ਨੂੰ ਵੀ ਲੈਟਰ ਵੀ ਪਾਇਆ ਸੀ, ਉੱਥੇ ਉਹਨਾਂ ਨੇ DSP ਦੇ ਭੇਜਤਾ ਇੱਥੇ ਮਹਿਲ ਕਲਾਂ, ਉੱਥੇ ਕੋਈ ਸੁਣਵਾਈ ਨਹੀਂ ਹੋਈ। ਤੇ ਕਿੱਥੇ ਤੁਹਾਡਾ? ਮੈਂ ਆਰਮੀ 'ਚ ਨਹੀਂ, ਉਹ ਕਿੱਥੇ ਜੌਬ, ਕਿਹੜੀ ਪੋਸਟਿੰਗ ਉਹਨਾਂ ਦੀ? ਹਾਂਜੀ, ਜੌਂਟ ਹੈਗੀ ਉਹਨਾਂ ਦੀ ਜੀਰਕਪੁਰ ਜੀ, 105 ਇੰਜੀਨੀਅਰ 'ਚ। ਇਹ ਕਿੰਨੀ ਕੁ ਦੇਰ ਰਹੇ ਹੋ ਤੁਸੀਂ? ਮੈਮ 1.5 ਮਹੀਨਾ ਰਿਹਾ ਹੀ ਬਸ, ਉਹ ਵਿਆਹ ਤੋਂ ਬਾਅਦ। 1.5 ਮਹੀਨਾ ਇਕੱਠੇ ਰਹੇ ਹੋ, ਉਸ ਤੋਂ ਬਾਅਦ ਕੋਈ ਆਉਣਾ ਜਾਣਾ ਨਹੀਂ ਆ? ਹਾਂਜੀ, ਕੋਈ ਫੋਨ ਨਹੀਂ, ਮੈਨੂੰ ਫੋਨ ਲੈ ਕੇ ਨਹੀਂ ਦਿੱਤਾ ਉਹਨਾਂ ਨੇ। ਮੈਮ ਨੰਦ ਦੇ ਫੋਨ ਤੇ ਗੱਲ ਹੁੰਦੀ ਸੀ, ਨੰਦ ਨੇ ਰਿਕਾਰਡਿੰਗ ਲਾ ਕੇ ਫੜਾਉਣਾ ਹੀ ਫੋਨ, ਮੰਮੀ ਡੈਡੀ ਨਾਲ ਵੀ ਗੱਲ ਕਰਨੀ, ਉਹ ਵੀ ਉਹਨਾਂ ਦੇ ਫੋਨ ਤੇ ਕਰਨੀ। ਘਰੋਂ ਕੱਢਿਆ ਹੀ ਮੈਨੂੰ, ਕਹਿੰਦੇ ਕੋਈ ਖਾਣਾ ਨਹੀਂ ਸੀ ਦਿੰਦੇ ਜੀ ਮੈਨੂੰ, ਨਾ ਕੰਮ ਕਰਨ ਦਿੰਦੇ ਸੀਗੇ, ਨਾ ਕਿਸੇ ਨੇ ਵੀ ਬੁਲਾਉਣਾ ਹੀ ਮੈਨੂੰ, ਕਹਿੰਦੇ ਨਿਕਲ ਜਾਈ ਸਾਡੇ ਘਰੋਂ, ਬਸ ਅਸੀਂ ਆਪਣੇ ਮੁੰਡੇ ਦੀ ਦੁਬਾਰਾ ਮੈਰਿਜ ਕਰਨੀ ਹੈ ਜੀ। ਇਹੋ ਜਿਹਾ ਕੀ ਕਾਰਨ ਹੈ? ਮੈਮ ਕਹਿੰਦੇ ਸਾਨੂੰ ਵਿਚੋਲਿਆਂ ਨੇ ਝੂਠ ਬੋਲਿਆ ਜੀ, ਜਿਹੜੀਆਂ ਗੱਲਾਂ ਕਹੀਆਂ ਸਾਡੀਆਂ ਡਿਮਾਂਡਸ ਤੋਂ ਪੂਰੀਆਂ ਨਹੀਂ ਹੋਈਆਂ ਜੀ। ਦਹੇਜ ਮੰਗਦੇ ਤੁਹਾਡੇ? ਜੀ ਮੈਡਮ। ਮੈਮ ਕੋਲ ਸ਼ਿਕਾਇਤ ਕੀਤੀ ਤੇ ਤੁਹਾਨੂੰ ਘਰੋਂ ਕੱਢਿਆ? ਹਾਂਜੀ, ਘਰੋਂ ਕੱਢਿਆ ਸੀ। ਮੈਂ ਮਨੀਸ਼ਾ ਮੈਮ ਨੂੰ ਲੈਟਰ ਪਾਇਆ ਸੀ, ਤੇ ਉਹਨਾਂ ਨੇ ਇੱਥੇ DSP ਦੇ ਭੇਜਤਾ ਜੀ ਮਹਿਲ ਕਲਾਂ, ਉੱਥੇ ਉਹਨਾਂ ਨੇ ਬੁਲਾਇਆ 1-2 ਵਾਰ ਸਰ ਨੂੰ ਹੀ। ਪਹਿਲਾਂ ਕਹਿੰਦੇ DSP ਸਰ ਨੂੰ ਕਹਿੰਦੇ ਸਾਨੂੰ ਤਾਂ ਇਹ ਨਿਬੇੜਾ ਕਰਾ ਦਿਓ, ਡਿਵੋਰਸ ਕਰਨਾ ਇਸ ਤਾਂ ਮੈਂ ਤਾਂ ਰਹਿਣਾ ਨਹੀਂ ਇਹਦੇ ਨਾਲ। ਫਿਰ ਮੈਮ ਮੇਰੇ ਤੇ ਕੇਸ ਲਾ ਕੇ ਚਲੇ ਗਈ, ਫਰਾਡ ਕੇਸ, ਕਹਿੰਦੇ ਜੀ ਅਸੀਂ ਰੱਖਦੇ ਹਾਂ, ਰਹਿੰਦੀ ਨਹੀਂ। ਮੈਂ ਪੰਚਾਇਤ ਲੈ ਕੇ ਗਈ, ਮੈਂ ਆਪਣੇ ਹਸਬੈਂਡ ਦੇ ਪੈਰ ਵੀ ਫੜੇ, ਉਹ ਵੀਡੀਓ ਹੈਗੀ ਮੇਰੇ ਕੋਲੇ, ਮੈਨੂੰ ਰੱਖਿਆ ਨਹੀਂ ਉਹਨਾਂ ਨੇ। ਪੈਰਾਂ 'ਚ ਵੀ ਇੰਨੇ ਹੀ ਮਿਹਨਤਾਂ ਤਰਲੇ ਕੀਤੇ ਮੈਂ ਉਹਨਾਂ ਦੇ ਵੀ। ਮੇਰੇ ਜਿਹੜੇ ਫਾਦਰ ਆਏ ਉਹ ਲੇਬਰ ਕਰਦੇ ਵੀ, ਜਿੰਨਾ ਉਹਨਾਂ ਨੇ ਕਰਤਾ ਇੰਨਾ ਉਹ ਆਪਣੀ ਹੈਸੀਅਤ ਤੋਂ ਵੱਧ ਕੇ ਕਰਤਾ ਹੀ, ਹੋਰ ਨਹੀਂ ਕਰ ਸਕਦੇਗੇ ਉਹ। ਫਿਰ ਵੀ ਮੈਨੂੰ ਰੱਖਿਆ ਨਹੀਂ ਉਹਨਾਂ ਨੇ। ਦਹੇਜ, ਸਿਰਫ ਦਹੇਜ ਮੰਗਦੇ? ਹਾਂਜੀ ਮੈਮ। ਜੋ ਤੁਸੀਂ ਵਿਆਹ ਕਰਾ ਕੇ ਆਏ ਸੀ, ਤੁਹਾਨੂੰ ਦਿੱਤਾ ਸੀ ਕੁਝ ਮਾਪਿਆਂ ਨੇ ਦਹੇਜ ਵਿੱਚ? ਮੈਮ 5 ਲੱਖ ਰੁਪਏ ਦੇ ਕੈਸ਼ ਪਾਇਆ ਜੀ ਉਹਨਾਂ ਦੀ ਝੋਲੀ ਦੇ ਵਿੱਚ, ਅਸੀਂ ਗੱਡੀ ਮੰਗਦੇ ਸੀ। ਇੱਕ ਸਵਾਲ ਪੁੱਛਾਂ ਭੈਣੇ, ਜਦੋਂ ਤੁਹਾਡਾ ਵਿਆਹ ਹੁੰਦਾ ਹੈ ਤੇ ਜਦੋਂ ਸੌਦੇਬਾਜ਼ੀਆਂ ਹੁੰਦੀਆਂ ਸਹੁਰੇ ਪਰਿਵਾਰ 'ਚ ਕਿ 5 ਲੱਖ ਹੁਣੇ ਮੰਗਣਾ ਸ਼ੁਰੂ ਕਰ ਗਏ, ਅੜੇ ਕਿਉਂ ਨਹੀਂ ਮਾਪਿਆਂ ਮੂਹਰੇ ਮੈਂ ਨਹੀਂ ਕਰਨਾ ਇੱਦਾਂ ਦਾ ਵਿਆਹ? ਮੈਂ ਕਿਹਾ ਸੀ, ਫਾਦਰ ਸਾਹਿਬ ਅਨਪੜ੍ਹ ਨੇ, ਉਹਨਾਂ ਨੂੰ ਇਹ ਹੋ ਗਿਆ ਵੀ ਚਲੋ ਕੋਈ ਗੱਲ ਨਹੀਂ, ਆਰਮੀ ਵਾਲਾ ਹੀ ਮੁੰਡਾ, ਜੋਬ ਵਾਲਾ ਗਾ, ਜੋਬ ਵਾਲੇ ਮਿਲਦੀ ਨਹੀਂ ਹੁਣ, ਇਸ ਕਰਕੇ ਉਹਨਾਂ ਨੇ ਵਿਆਹ ਕਰਤਾ ਬਸ। ਕਹਿੰਦੇ ਬਸ ਜੋਬ ਦੇਖ ਲਈ ਇੱਕ ਉਹਨਾਂ ਦੀ। ਹਸਬੈਂਡ ਦਾ ਨੰਬਰ ਬੰਦ ਹੈ? ਹਾਂਜੀ, ਨੰਬਰ ਬਲੌਕ ਕੀਤੇ ਹੋਏ ਸਾਰੇ। ਹੁਣ ਇਹਦਾ ਕੀ ਕਸੂਰ ਹੈ? ਦਾਜ ਮੰਗਦੇ, ਪਹਿਲਾਂ ਦਾਜ ਲਿਆਓ, ਦਹੇਜ ਲਿਆਓ, ਮੁੰਡਾ ਆਰਮੀ 'ਚ ਹੋਵੇ, ਫੌਜ 'ਚ ਮੁੰਡਾ ਹੋਵੇ ਤੇ ਕਵੇ ਕਿ ਦਾਜ ਦਿਓ। ਇੰਨੀ ਸੋਹਣੀ ਤੁਹਾਨੂੰ ਵਾਈਫ ਮਿਲ ਗਈ ਹੈ, ਸ਼ੁਕਰ ਕਰੋ ਰੱਬ ਦਾ ਕਿ ਘਰ ਪਰਿਵਾਰ ਸੋਹਣਾ ਗੁਜ਼ਰੇਗਾ, ਜ਼ਿੰਦਗੀ ਸੋਹਣੀ ਹੋਏਗੀ। ਦਹੇਜ ਤੁਸੀਂ ਜੇ ਇਹ 4 ਪੈਸੇ ਕਮਾਏਗੀ, ਤੁਸੀਂ 4 ਪੈਸੇ ਕਮਾਓਗੇ, ਆਪਣਾ ਘਰ ਆਪੇ ਬਣ ਜਾਏਗਾ। ਪਰ ਆਹ ਕੁੜੀਆਂ ਅੱਜ ਇੱਥੇ ਰੋਂਦੀਆਂ ਫਿਰਦੀਆਂ ਨੇ।
ਲਵਪ੍ਰੀਤ ਦੀ ਮੌਤ ਨੇ ਪਤਾ ਨਹੀਂ ਕਿੰਨੇ ਘਰ ਹੁਣ ਇੱਥੇ ਉਮੀਦਾਂ ਜਗਾਈਆਂ ਨੇ ਕਿ ਸਾਰਾ ਪੰਜਾਬ ਦੇ ਵਿੱਚੋਂ ਧੀਆਂ ਉੱਠ ਕੇ ਇਹਨਾਂ ਦੇ ਘਰ ਪਹੁੰਚੇ। ਲਵਪ੍ਰੀਤ ਦੇ ਘਰ ਹੀ ਖੜੇ ਹੋਏ ਇਸ ਵੇਲੇ ਅਸੀਂ। ਇਹ ਭੈਣ ਬੱਚਾ ਚੱਕੀ ਫਿਰਦੀ ਆ ਗੋਦ ਦੇ ਵਿੱਚ। ਕੀ ਗੱਲ ਹੋਈ ਭੈਣੇ ਤੁਹਾਡੇ ਨਾਲ? ਮੈਂ ਮੇਰਾ 2019 ਦੇ ਵਿੱਚ ਦਲਜੀਤ ਸਿੰਘ ਨਾਲ ਮੈਰਿਜ ਹੋਈ ਸੀ ਜੀ। 6 ਮਹੀਨੇ ਵਧੀਆ ਲੰਘੇ ਸੀ। ਉਸ ਤੋਂ ਬਾਅਦ ਮੈਂ ਕਹਿਣ ਲੱਗੇ ਵੀ ਤੂੰ ਮੇਰੇ ਪਸੰਦ ਨਹੀਂ ਹੈਗੀ, ਵੀ ਮੈਂ ਸੈਕੰਡ ਮੈਰਿਜ ਕਰਾਉਣੀ ਹੈ ਜੀ। ਤੇ ਫਿਰ ਉਹ ਕੁੱਟਮਾਰ ਕਰਕੇ ਮੇਰਾ ਸਹੁਰਾ ਸਾਹਿਬ ਛੱਡ ਗਏ ਸੀ ਜੀ, ਘਰੇ ਛੱਡ ਗਏ ਸੀਗੇ। ਉਸ ਤੋਂ ਬਾਅਦ ਮਤਲਬ ਮੇਰੇ ਪੇਟ ਦੇ ਵਿੱਚ ਪ੍ਰੈਗਨੈਂਸੀ ਸੀ ਜੀ 3 ਮਹੀਨਿਆਂ ਦੀ। ਅਸੀਂ 2 ਮਹੀਨੇ ਜੀ ਵੇਟ ਕੀਤੀ, ਲੇਕਿਨ ਉਹਨਾਂ ਵੱਲੋਂ ਵੀ ਜਾਨੀ ਕੋਈ ਵੀ ਜਵਾਬ ਨਹੀਂ ਆਇਆ। ਫਿਰ ਹੌਲੀ ਹੌਲੀ ਮੈਮ ਅਸੀਂ ਚੱਲ ਪੰਚਾਇਤ ਲੈ ਕੇ ਗਏ ਉੱਥੇ। ਮੈਮ ਉਹਨਾਂ ਨੇ ਸਾਰਿਆਂ ਨੂੰ ਧੱਕੇ ਮਾਰ ਕੇ ਬਾਹਰ ਕੱਢਿਆ। ਮੈਮ ਮੇਰੇ ਕੋਲ ਵੀਡੀਓ ਹੈ ਇਸ ਟਾਈਮ। ਤੇ ਮੈਮ ਉਸ ਤੋਂ ਬਾਅਦ 'ਚ ਫਿਰ ਅਸੀਂ ਇੱਥੇ ਆ ਕੇ ਡੀਐਸਪੀ ਤੇ ਦਰਖਾਸਤ ਦੇਤੀ ਸੀ। ਮੈਮ ਉਹ ਪੈਸੇ ਵਾਲੇ ਨੇ ਵਧੀਆ ਵੀ ਜਾਂਦੀ ਹੈ ਨਾ, ਉਹਨਾਂ ਨੇ ਕੇਸ ਰਫੂ ਦਫੂ ਕਰਾਤਾ ਇੱਥੇ ਹੀ। ਮੈਮ ਜਦੋਂ ਤੁਹਾਡਾ ਵਿਆਹ ਹੋਇਆ ਤੇ ਉਸ ਤੋਂ ਬਾਅਦ ਕਿੰਨੇ ਸਾਲ ਹੋ ਗਏ ਵਿਆਹ ਨੂੰ? ਮੈਮ 1.5 ਮਹੀਨੇ ਤਾਂ ਮੈਨੂੰ ਇੱਥੇ ਬੈਠੀ ਨੂੰ ਹੋ ਗਏ, 2 ਸਾਲ ਵਾਂਗੂ ਹੋ ਗਏ ਮੈਮ। 2 ਸਾਲਾਂ 'ਚ ਕਦੇ ਉਹਨਾਂ ਨੇ ਕਿਹਾ ਨਹੀਂ ਕਿ ਹਾਂ ਤੈਨੂੰ ਘਰ ਵਾਪਸੀ ਕਰਦੇ ਆਪਾਂ? ਹਾਂਜੀ ਮੈਮ ਕੋਈ ਘਰ ਵਾਪਸੀ ਦਾ ਨਹੀਂ ਹੋਇਆ? ਨੋ ਮੈਮ 1.5 ਸਾਲ ਇੱਥੇ ਬੈਠੀ ਨੂੰ ਹੋ ਗਿਆ ਮੈਮ। ਰਿਸ਼ਤਾ ਤੈਅ ਹੋਇਆ ਤੁਹਾਡਾ ਤੇ ਉਦੋਂ ਪਸੰਦ ਇੱਕ ਦੂਜੇ ਨੂੰ ਦੇਖਿਆ ਸੀ, ਪਸੰਦ ਕੀਤਾ ਸੀਗਾ ਆਪੇ? ਹਾਂਜੀ ਮੈਮ ਆਪ ਹੀ ਪਸੰਦ ਕੀਤਾ ਸੀ, ਲੇਕਿਨ ਹੁਣ ਜਵਾਬ ਦੇ ਰਹੇ ਨੇ, ਕਹਿੰਦੇ ਹੋਰ ਮੈਰਿਜ ਕਰਾਉਣੀ ਆ। ਮੇਰੇ ਸਹੁਰੇ ਦੇ ਵੀ 2 ਵਿਆਹ ਹੋਏ ਹੋਏ ਨੇ ਜੀ। ਉਸੇ ਤਰ੍ਹਾਂ ਹੁਣ ਬੇਟਾ ਵੀ ਉਦਾਂ ਹੀ ਚਾਹੁੰਦਾ। ਕਹਾਵਤ ਆ ਨਾ ਫਿਰ। ਮੈਡਮ ਜੀ ਮਤਲਬ ਕਿ ਪਹਿਲੇ ਘਰ ਵਾਲੀ ਹੋਣ ਦੇ ਬਾਵਜੂਦ ਸੈਕੰਡ ਮੈਰਿਜ ਮਤਲਬ ਕਰਾਈ ਹੈ ਮੇਰੇ ਸਹੁਰੇ ਨੇ। ਉਹ ਕਿੱਥੇ ਉਹਦੀ ਘਰ ਵਾਲੀ ਪਹਿਲੀ ਤੁਹਾਡੀ? ਉੱਥੇ ਹੀ ਮੈਮ ਕੰਧ ਨਾਲ ਕੰਧ ਹੀ ਆ ਸਾਡੇ ਸਹੌਲੀ, ਲੁਧਿਆਣੇ ਕੋਲੇ। ਹਾਂਜੀ ਉੱਥੇ ਹੀ ਰਹਿ ਰਹੇ। ਲੁਧਿਆਣੇ ਦੇ ਰਹਿਣ ਵਾਲੇ ਤੁਸੀਂ? ਹਾਂ ਹਾਂਜੀ ਮੈਮ ਉੱਥੇ ਲੁਧਿਆਣੇ ਦੇ ਰਹਿਣ ਵਾਲੇ ਆ। ਪੁਲਿਸ ਕੋਲ ਸ਼ਿਕਾਇਤ ਕਰਾਈ? ਮੈਮ ਪੁਲਿਸ ਕੋਲੇ ਕੀਤੀ ਸੀ ਦਰਖਾਸਤ ਮੈਮ ਇੱਥੇ ਬਲਜੀਤ ਸਿੰਘ ਦੇ। ਉਹਨਾਂ ਨੇ ਡੀਐਸਪੀ ਦੀ ਮਾਰਕ ਕਰਤੀ ਸੀ, ਐਸਐਸਪੀ ਨੇ। ਮੈਮ ਮਤਲਬ ਮੇਰੀ ਕੋਈ ਸੁਣਵਾਈ ਨਹੀਂ ਹੋਈ ਹੈਗੀ ਮੈਮ। ਤੇ ਮਤਲਬ ਮੈਂ ਇਨਸਾਫ ਦਾਜ ਦਹੇਜ ਤਾਂ ਨਹੀਂ ਮੰਗਦੇ ਸੀ? ਦਾਜ ਦਹੇਜ ਦਾ ਹੀ ਮਾਮਲਾ ਮੈਮ। ਇੰਨੇ ਵਧੀਆ ਮਤਲਬ ਕਹਿੰਦੇ ਵਧੀਆ ਵਧੀਆ ਘਰਾਂ ਦੇ ਮੈਨੂੰ ਰਿਸ਼ਤੇ ਆਉਂਦੇ ਸੀਗੇ, ਵੀ ਮਤਲਬ ਕੁਛ ਦਿੱਤਾ ਨਹੀਂ ਕਰ। ਅੱਜ ਕੀ ਮੰਗ ਸੀ? ਹਾਂਜੀ ਮੈਮ ਦਾਜ ਮੰਗ ਕੀ ਕਾਦੀ ਮੰਗ ਕਰਦੇ ਸੀ? ਮੈਮ ਪੈਸਿਆਂ ਦੀ ਕਰਦੇ ਸੀਗੇ, ਵੀ ਪੈਸੇ ਨਹੀਂ ਦਿੰਦੇ ਹੈਗੇ। ਮਤਲਬ ਫਿਰ ਮੈਮ ਅਸੀਂ ਕਿੱਥੋਂ ਪੂਰੇ ਕਰੀਏ ਮੈਮ ਹੁਣ ਉਹਨਾਂ ਦੇ ਜਿਹੜੇ ਦਾਜ ਦਹੇਜ ਮੰਗ ਕਰਦੇ ਨੇ। ਵਿਆਹ ਲੁਧਿਆਣੇ ਦੇ ਕਿੱਥੇ ਹੋਇਆ? ਸਹੌਲੀ ਪਿੰਡ ਮੈਮ। ਤੁਸੀਂ ਕਿੱਥੋਂ ਦੇ ਰਹਿਣ ਵਾਲੇ? ਬਜੀਤ ਕੇ ਕਲਾਂ ਜੀ। ਹਾਂਜੀ ਮੈਮ ਫਿਰ ਮੇਰਾ ਬੇਟਾ ਹੋਇਆ ਮੈਮ। ਬੇਟੇ ਹੋਣ ਤੋਂ ਬਾਅਦ 'ਚੋਂ ਅਸੀਂ ਨਾ ਉਹਨਾਂ ਨੂੰ ਇਨਫੋਰਮ ਕੀਤਾ ਵੀ ਬੱਚਾ ਹੋਇਆਗਾ ਬੇਟਾ, ਵੀ ਸਾਰਾ ਕੁਝ ਚਲੋ ਠੀਕ ਹੋ ਜੂ। ਲੇਕਿਨ ਉਸ ਤੋਂ ਬਾਅਦ ਮੈਮ ਉਹਨਾਂ ਨੇ ਮਤਲਬ ਕੋਈ ਵੀ ਫੋਨ ਕੱਟ ਕਰ ਦਿੱਤਾ, ਕਹਿੰਦੇ ਵੀ ਸਾਨੂੰ ਕੋਈ ਲੈਣਾ ਦੇਣਾ ਨਹੀਂ ਹੈਗਾ। ਹਾਂਜੀ ਕੋਈ ਵੀ ਆਇਆ ਬੱਚੇ ਨੂੰ ਦੇਖਣ ਜਾਏ। ਮੈਨੂੰ ਮੈਮ ਇਨਸਾਫ ਚਾਹੀਦਾ ਬਸ, ਹੋਰ ਕੁਛ ਨਹੀਂ ਇੱਦਾਂ। ਕਿਹਦਾ ਦੁੱਖ ਸੁਣਾਈਏ? ਕਹਿੰਦੇ ਨਾ ਕਿ ਝੱਗਾ ਚੱਕੋ ਤੇ ਆਪਦਾ ਢਿੱਡ ਨੰਗਾ ਹੁੰਦਾ ਹੈ। ਇਹ ਆਪਦੇ ਅੱਜ ਦੱਸ ਰਹੀਆਂ ਨੇ ਕਿ ਕਿਸ ਤਰੀਕੇ ਦੇ ਨਾਲ ਘਰੋਂ ਬਾਹਰ ਕੱਢਤਾ। ਆਹ ਪੁੱਤ ਦੇਖੋ, ਰੱਬ ਨੇ ਪੁੱਤ ਵੀ ਦਿੱਤਾ, ਘਰ ਦੇ ਵਿੱਚ ਪਿਓ ਵੇਖਣ ਨਹੀਂ ਆਇਆ ਇਹਨੂੰ। ਹਾਂਜੀ ਭੈਣੇ। ਹਾਂਜੀ ਮੇਰਾ ਨਾਮ ਕਰਨਜੀਤ ਹੈ ਜੀ। ਮੇਰੇ ਘਰ ਜਦੋਂ ਮੇਰੀ ਮੈਰਿਜ ਹੋਈ ਸੀ ਜੀ, ਆਹ ਮੇਰੇ ਘਰ ਵਾਲੇ ਦੀਆਂ ਉਦੋਂ ਦੀਆਂ ਫੋਟੋਆਂ ਨੇ। ਆਹ ਦੇਖੋ ਜੀ, ਉਦੋਂ ਗੁਰਸਿੱਖ ਸੀਗਾ, ਕੀਰਤਨ ਕਰਦਾ ਸੀ, ਸਿੱਖ ਮਿਸ਼ਨਰੀ ਕਾਲਜ ਦੇ ਵਿੱਚ ਪੜ੍ਹਿਆ, 3 ਸਾਲ ਡਿਪਲੋਮਾ ਕੀਤਾ। ਪਾਪੇ ਨੇ ਇਹੀ ਸੋਚਿਆ ਵੀ ਚਲੋ ਮੇਰੀ ਧੀ ਸੌਖੀ ਵਸੂਗੀ, ਤੇ ਦਾਜ ਵੀ ਦਿੱਤਾ ਜੀ, ਰਜਮਾ ਪੈਸਾ ਵੀ ਦਿੱਤਾ, ਸਾਰਾ ਕੁਝ ਦਿੱਤਾ। ਹੁਣ ਵੀ ਮੇਰੇ ਫਾਦਰ ਦੀ ਡੈਥ ਹੋ ਗਈ, ਬ੍ਰਦਰ ਮੇਰੇ ਕੋਈ ਹੈ ਨਹੀਂ ਜੀ। ਹੁਣ ਵੀ ਮੈਥੋਂ ਇਹੀ ਪੈਸੇ ਦੀ ਮੰਗ ਕਰ ਰਿਹਾਗਾ। ਮੈਨੂੰ ਕਹਿੰਦਾ ਜੇ ਤਾਂ ਪੈਸਾ ਦੇਵੇਂਗੀ ਤਾਂ ਤੈਨੂੰ ਰੱਖੂੰਗਾ ਘਰ, ਤੇ ਨਹੀਂ ਮੇਰਾ ਤੇਰੇ ਨਾਲ ਕੋਈ ਰਿਸ਼ਤਾ ਨਹੀਂ, ਮੈਂ ਆਪਣਾ ਘਰ ਵਸਾ ਲਿਆ। ਤੂੰ ਮੇਰੀ ਹੁਣ ਕੁਛ ਨਹੀਂ ਲੱਗਦੀ। 17 ਸਾਲ ਦੀ ਬੇਟੀ ਹੈ ਜੀ, 13 ਸਾਲ ਦਾ ਬੇਟਾ। ਪੁਰਤਗਾਲ 'ਚ ਅਸੀਂ ਰਹਿੰਦੇ ਹਾਂ ਜੀ, ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਜੀ। ਹੁਣ ਆ ਅਮਨਦੀਪ ਕੌਰ ਕੁੜੀ ਹੈ ਜੀ, ਇਹ ਵੀ ਪਹਿਲਾਂ ਹਾਲੈਂਡ ਦੇ ਵਿੱਚ ਵਿਆਹੀ ਹੋਈ ਸੀ। ਇਹਦੇ ਨਾਲ ਇਹਦੇ ਰਿਲੇਸ਼ਨ ਆ ਜੀ, ਇਹਦੇ ਨਾਲ ਹੁਣ ਰਹਿ ਰਿਹਾ, ਪ੍ਰੈਗਨੈਂਟ ਆ ਗਈ, ਹੁਣ ਇਹਨੂੰ ਬੇਬੀ ਹੋਣ ਵਾਲਾਗਾ। ਆ ਜੀ ਦੇਖੋ, ਇਹਦੀ ਜੇ ਸੱਸ ਸੁਣ ਰਹੀ ਹੈ ਤਾਂ ਹਾਲੈਂਡ ਦੇ ਵਿੱਚ ਪਲੀਜ਼ ਮੇਰੇ ਨਾਲ ਕੰਟੈਕਟ ਕਰੇ। ਕਿੱਥੇ? ਹਾਲੈਂਡ 'ਚ? ਨਹੀਂ ਜੀ, ਇਹ ਪੁਰਤਗਾਲ 'ਚ ਮੇਰੇ ਘਰ ਵਾਲਾ ਜੀ। ਇਹ ਪਹਿਲਾਂ ਜਿਹਦੇ ਨਾਲ ਵਿਆਹੀ ਹੋਈ ਸੀ ਜੀ, ਉਹ ਹਾਲੈਂਡ ਦੇ ਵਿੱਚ ਸੀਗੇ। ਉਹਨਾਂ ਤੇ ਵੀ ਇਹਨੇ ਕੇਸ ਕੀਤਾ ਹੋਇਆ ਜੀ, ਵੀ ਮੈਨੂੰ ਮੇਰੇ ਸਹੁਰੇ ਮੈਨੂੰ ਦਾਜ ਤੋਂ ਪਰੇਸ਼ਾਨ ਕਰਦੇ, ਉਹਨਾਂ ਤੋਂ ਜ਼ਮੀਨ ਜਾਇਦਾਦ ਇਹ ਚਾਹੁੰਦੀ ਸੀਗੀ। ਤੇ ਹੁਣ ਇਹ ਮੇਰੇ ਘਰ ਵਾਲੇ ਦੇ ਪਿੱਛੇ ਵੀ ਪੈਸੇ ਦੇ ਪਿੱਛੇ ਲੱਗੀ ਸੀ, ਵੀ ਮੈਨੂੰ ਮਾਰਨਾ ਚਾਹੁੰਦੇ ਸੀਗੇ। ਮੈਂ ਆਪਣਾ ਇਹ ਮੇਰੇ ਘਰ ਵਾਲਾ ਹੁਣ ਮੈਨੂੰ ਕਹਿੰਦਾ ਵੀ ਤੂੰ ਪੈਸੇ ਦੇ ਤਾਂ ਤੈਨੂੰ ਰੱਖੂੰਗਾ, ਮੈਂ ਬਿਜ਼ਨਸ ਕਰਨਾ। ਤੁਹਾਡਾ ਵਿਆਹ ਕਦੋਂ ਹੋਇਆ ਸੀ? 2004 ਦੇ ਵਿੱਚ ਜੀ, 17 ਜਨਵਰੀ ਨੂੰ। ਬੱਚਾ ਹੈਗਾ ਤੁਹਾਡੇ? ਹਾਂਜੀ, ਇੱਕ ਬੇਟੀ ਹੈ ਜੀ, ਇੱਕ ਬੇਟਾ। ਅੱਛਾ, ਤੇ ਕਦੋਂ ਤੁਹਾਡਾ ਹਸਬੰਡ ਬਾਹਰ ਕਦੋਂ ਗਿਆ? ਅਸੀਂ ਇਕੱਠੇ ਬਾਹਰ ਗਏ ਆ ਜੀ। ਪਹਿਲਾਂ ਮਲੇਸ਼ੀਆ 'ਚ ਸੀ ਜੀ, ਫਿਰ ਉਸ ਤੋਂ ਬਾਅਦ ਅਸੀਂ ਟੂਰਿਸਟ ਵੀਜ਼ਾ ਲਵਾ ਕੇ ਪੁਰਤਗਾਲ ਨੂੰ ਚਲੇ ਗਏ ਜੀ। ਸਪੇਨ ਵੀ ਪਹਿਲਾਂ ਰਹੇ, ਫਿਰ ਪੁਰਤਗਾਲ ਜਾ ਕੇ ਸੈਟਲ ਹੋ ਗਏ। ਹੁਣ ਮੈਂ ਉੱਥੋਂ ਦੀ ਸਿਟੀਜ਼ਨ ਆ ਜੀ। ਹੁਣ ਇਹਨੇ ਮੇਰੀ ਬੇਟੀ 17 ਸਾਲ ਦੀ ਹੈ ਜੀ, ਬੇਟਾ 13 ਸਾਲ ਦਾ।
ਬੱਚਿਆਂ ਨੂੰ ਵੀ ਉਦੋਂ ਰੋਂਦਿਆਂ ਕਰ ਲਾਉਂਦਿਆਂ ਨੂੰ ਛੱਡ ਕੇ ਗਿਆ ਜੀ। ਪੈਸੇ ਦੀ ਮੰਗ ਮੇਥੋਂ ਕਰ ਰਿਹਾ, ਮੇਰੀ ਪ੍ਰਾਪਰਟੀ ਮੰਗ ਰਿਹਾ। ਮੇਰੇ ਬ੍ਰਦਰ ਹੈ ਨਹੀਂ, ਕਹਿੰਦਾ ਘਰ ਵੇਚ, ਜ਼ਮੀਨ ਵੇਚ। ਘੱਟੋ ਘੱਟ 50 ਲੱਖ ਜਾਂ 70 ਲੱਖ ਰੁਪਈਆ ਮੇਰੇ ਤੋਂ ਡਿਮਾਂਡ ਕਰਦਾ ਸੀ। ਕਹਿੰਦਾ ਮੈਂ ਇੱਥੇ ਫੈਕਟਰੀ ਲਾਈ ਆ ਪੁਰਤਗਾਲ ਦੇ ਵਿੱਚ, ਇਹਦਾ ਦੋਸਤ ਆ ਜੀ, ਉਹ ਇਹਦੇ ਨਾਲ ਰਲਿਆ ਹੋਇਆਗਾ। ਕਹਿੰਦਾ ਅਸੀਂ ਇੱਥੇ ਫੈਕਟਰੀ ਲਾਉਣੀ ਆ, ਪੈਸਾ ਦੇ ਮੈਨੂੰ। ਫਾਰਮ ਖੋਲੀ ਹੈ ਜੀ ਇਹਨੇ ਆਪਣੀ ਉੱਥੇ, ਹੁਣ ਬੰਦ ਕਰਤਾ ਸਾਰਾ ਕੁਝ। 4-5 ਰੈਸਟੋਰੈਂਟ ਸੀਗੇ ਜੀ, ਗੱਡੀਆਂ ਸੀ, ਸਾਰਾ ਕੁਝ ਵੇਚਤਾ। ਮੈਨੂੰ ਬਕਾਇਦਾ ਰਿਕਾਰਡਿੰਗ ਕਰਕੇ ਭੇਜੀ ਆ, ਕਹਿੰਦਾ ਹੁਣ ਤੈਨੂੰ ਕੁਝ ਨਹੀਂ ਦੇਣਾ। ਮੈਂ ਇੱਥੇ ਵੀ ਸਾਰਾ ਕੁਝ ਵੇਚ ਵੱਟ ਦਿੱਤਾ। ਇੰਡੀਆ ਦੇ ਵਿੱਚ ਵੀ ਤੂੰ ਮੇਰੇ ਮਾਪਿਆਂ ਤੋਂ ਜਿਹੜਾ ਕੁਝ ਲੈਣਾ ਲੈ ਲਾ। ਹੁਣ ਮਾਂ-ਬਾਪ ਵੀ ਕਹਿੰਦੇ ਅਸੀਂ ਤੈਨੂੰ ਕੁਝ ਨਹੀਂ ਦੇਣਾ, ਤੂੰ ਚਲੀ ਜਾ ਇੱਥੋਂ। ਉਹਨਾਂ ਨੇ ਵੀ ਮੇਰੇ ਬੱਚਿਆਂ ਨੂੰ ਤੇ ਮੈਨੂੰ ਕੁੱਟਮਾਰ ਕਰਕੇ ਘਰੋਂ ਕੱਢਤਾ ਜੀ। ਤੁਸੀਂ ਹੁਣ ਵਾਪਸ ਆਏ ਹੋ, ਬੱਚਿਆਂ ਦੇ ਨਾਲ ਆਏ ਹੋ? ਹਾਂਜੀ, ਮੈਂ ਬੱਚਿਆਂ ਦੇ ਨਾਲ ਆਈ ਹਾਂ ਜੀ। ਬੱਚਿਆਂ ਦੀ ਦੇਖਭਾਲ ਮੈਂ ਹੀ ਕਰ ਰਹੀ ਹਾਂ ਜੀ। ਤੁਸੀਂ ਪੱਕਾ ਇੱਥੇ ਪੰਜਾਬ 'ਚ ਹੀ ਰਹੋਗੇ? ਨਹੀਂ ਜੀ, ਮੈਂ ਹੁਣ ਵਾਪਸ ਚਲੀ ਜਾਣਾ ਜੀ, ਕਿਉਂਕਿ ਇੱਥੇ ਮੇਰੀ ਕੋਈ ਸੁਣਵਾਈ ਨਹੀਂ ਹੋ ਰਹੀ। ਵੂਮਨ ਸੈੱਲ ਦੇ ਵਿੱਚ ਬਾਘਾ ਪੁਰਾਣਾ ਅੰਗਰੇਜ਼ ਕੌਰ ਮੈਡਮ ਕੋਲ ਮੈਂ ਗਈ 5 ਵਾਰ ਜੀ। ਪਹਿਲਾਂ ਰਹਿਣ ਵਾਲੇ ਕਿੱਥੋਂ ਤੁਸੀਂ? ਮੈਂ ਹਿੰਮਤਪੁਰਾ ਤੋਂ ਜੀ। ਹਿੰਮਤਪੁਰਾ ਪਿੰਡ ਹੈ ਜੀ, ਮੋਗੇ ਜ਼ਿਲ੍ਹੇ ਦੇ ਵਿੱਚ। ਤੇ ਮੈਡਮ ਕੋਲ ਗਈ ਜੀ, ਉਹਨਾਂ ਨੇ ਮੇਰੀ ਕੋਈ ਸੁਣਵਾਈ ਨਹੀਂ ਕੀਤੀ ਜੀ। ਮੈਂ 5-6 ਵਾਰ ਗਈ, ਮੈਡਮ ਮੇਰਾ ਕੇਸ ਕਿੱਥੇ ਤੱਕ ਪਹੁੰਚਿਆ। ਹੁਣ ਫਿਰ ਮੈਂ ਮੋਗੇ ਗਈ ਉਦਣ, ਫਿਰ ਮੈਂ ਬਾਘਾ ਪੁਰਾਣਾ ਇਹਨਾਂ ਕੋਲ ਆਈ। ਮੈਨੂੰ ਕਹਿੰਦੇ ਜੀ ਤੁਹਾਡਾ ਕੇਸ ਬੰਦ ਕਰ ਦਿੱਤਾ, ਤੁਹਾਡੇ ਕੇਸ ਦੇ ਵਿੱਚ ਕੋਈ ਦਮ ਨਹੀਂ ਹੈਗਾ, ਕਿਉਂਕਿ ਤੁਹਾਡਾ ਹਸਬੈਂਡ ਬਾਹਰ ਹੈਗਾ। ਅਸੀਂ ਸੱਸ ਸਹੁਰੇ ਤੇ ਕੋਈ ਕਾਰਵਾਈ ਨਹੀਂ ਕਰ ਸਕਦੇ। ਸੱਸ ਸਹੁਰਾ ਵੀ ਹੁਣ ਕਹਿੰਦੇ ਵੀ ਅਸੀਂ ਤੁਹਾਨੂੰ ਕੁਝ ਨਹੀਂ ਦੇਣਾ, ਜਿੱਥੋਂ ਤੱਕ ਜ਼ੋਰ ਲੱਗਦਾ ਤੂੰ ਲਾ ਲਾ। ਨਣਦ ਵੀ ਕਹਿੰਦੀ ਅਸੀਂ ਜਿਹੜੀ ਹੁਣ ਆਈ ਆ ਉਹਦੇ ਬੱਚੇ ਨੂੰ ਰੱਖਾਂਗੇ, ਉਹਦੀ ਨਿੰਮ ਬੰਨਾਂਗੇ, ਉਸੇ ਨੂੰ ਪ੍ਰਾਪਰਟੀ ਦੇਵਾਂਗੇ, ਤੁਸੀਂ ਸਾਡੇ ਕੁਝ ਨਹੀਂ ਲੱਗਦੇ। ਆ ਉਹ ਕੁੜੀ ਆ ਜੀ, ਆ ਮੇਰੀ ਅੱਗੋਂ ਨਣਦ ਆ ਵੱਡੀ, ਉਹਦੀ ਨਨਾਣ ਆ ਜੀ, ਛਪਾਰ ਇਹਦਾ ਪਿੰਡ ਆ। ਇਹ ਗੁਰਵਿੰਦਰ ਕੌਰ ਆ ਜੀ, ਇਹਨੇ ਰਲ ਕੇ ਇਹਨੇ ਘਰ ਪੱਟਿਆ। ਆ ਦੇਖੋ ਹੁਣ ਰੱਖੜੀਆਂ ਬੰਨ੍ਹਦੀ ਆ, ਕਹਿੰਦੀ ਮੈਂ ਜਿੰਨਾ ਚਿਰ ਸਿਹਰੇ ਨਹੀਂ ਬੰਨ੍ਹਦੀ ਕੁਲਦੀਪ ਸਿੰਘ ਦੇ ਉਹਨਾਂ ਚਿਰ ਮੈਂ ਦਮ ਨਹੀਂ ਲੈਂਦੀ। ਇਹਦਾ ਪੂਰਾ ਵਿੱਚ ਹੱਥ ਆ ਜੀ। ਤੁਹਾਡੇ 2 ਬੱਚੇ ਆ ਔਰ ਕਿੰਨੇ ਸਾਲ ਦੀ ਕੁੜੀ? 17 ਸਾਲ ਦੀ ਜੀ, ਮੁੰਡਾ 13 ਸਾਲ ਦਾ ਜੀ। 13 ਸਾਲ ਔਰ 17 ਸਾਲ ਦੇ ਬੱਚੇ ਛੱਡ ਕੇ ਆਹ ਦੇਖ ਲਓ ਜੀ, ਆਹ ਹਾਲ ਦੇਖਦੇ ਹੋ। ਆਪੇ ਤਸਵੀਰਾਂ ਵੇਖ ਲਓ, ਇਹ ਬਿਆਨ ਕਰਦੀਆਂ ਨੇ। ਮੇਰੀ ਨਣਦ ਦਾ ਵੱਡੀ ਦਾ ਬੇਟਾ ਜੀ, ਜਰਨੈਲ ਸਿੰਘ ਜਿੰਮੀ, ਛਪਾਰੇ ਦਾ ਪਿੰਡ ਆ ਜੀ। ਇਹ ਹੁਣ ਆਸਟਰੀਆ ਦੇ ਵਿੱਚ ਹੈਗਾ। 2 ਨੰਬਰ ਦੇ ਵਿੱਚ ਇਹਨੂੰ ਲੈ ਕੇ ਗਿਆ ਇਹਦਾ ਮਾਮਾ ਜੀ। ਇਹ ਭੂਆ ਭਤੀਜੇ, ਆ ਇਹਦੀ ਭੂਆ ਵੀ ਇਹੀ ਕੰਮ ਕਰਦੀ ਹੈਗੀ। ਇਹ ਆ ਇਹਦੀ ਭੂਆ ਜੀ, ਇਸ ਮੁੰਡੇ ਦੀ। ਆ ਮਾਮੀ ਦੇ ਨਾਲ ਖੜਾ ਜੀ, ਜੱਫੀਆਂ ਪਾਈ। ਮੇਰੇ ਕੋਲੇ ਬਕਾਇਦਾ ਰਿਕਾਰਡਿੰਗਾਂ ਪਈਆਂ, ਸ਼ਰਾਬਾਂ ਪੀਂਦਿਆਂ ਦੀਆਂ ਵੀਡੀਓ ਪਈਆਂ ਮੇਰੇ ਕੋਲੇ, ਸੀਡੀਆਂ ਬਣੀਆਂ ਹੋਈਆਂ ਨੇ। ਆ ਇਹਨਾਂ ਨੇ ਦੇਖੋ, ਆ ਦਿਓਰ ਤੇ ਦਰਾਣੀ ਹੈ ਜੀ ਪੁਰਤਗਾਲ ਦੇ ਵਿੱਚ। ਇਹਨਾਂ ਨੇ ਘਰੇ ਆਪਦੇ 2 ਮਹੀਨੇ ਤੱਕ ਰੱਖਿਆ, ਮੇਰੇ ਘਰ ਵਾਲੇ ਨੂੰ ਤੇ ਆ ਕੁੜੀ ਨੂੰ। ਆ ਕੇਸ ਦਾੜੀ ਕਟਾ ਕੇ ਹੁਣ ਇਹੋ ਜਿਹਾ ਬਣਿਆ ਹੋਇਆ। ਗਿਆਨੀ ਸੀਗਾ ਇਹ, ਗੁਰਸਿੱਖ ਕੀਰਤਨ ਕਰਦਾ ਸੀ। ਆ ਦਿਓਰ ਤੇ ਦਰਾਣੀ ਹੈ ਜੀ। ਇਹਨਾਂ ਨੇ ਆਪਦੇ ਘਰੇ 2 ਮਹੀਨੇ ਰੱਖਿਆ। ਮੈਂ ਇਹਨਾਂ ਦੀ ਇੰਨੀਆਂ ਮਿੰਨਤਾਂ ਕੀਤੀਆਂ, ਮੈਂ ਕਿਹਾ ਵੀ ਇਹਨੂੰ ਘਰ ਲੈ ਕੇ ਆਓ। ਕੋਈ ਕਿਸੇ ਨੇ ਮੇਰੀ ਉੱਥੇ ਸੁਣਵਾਈ ਨਹੀਂ ਸੁਣੀ ਜੀ। ਹਾਲ ਹੋ ਗਏ ਸਾਡੇ ਪੰਜਾਬ ਦੇ। ਹਾਂਜੀ ਭੈਣੇ, ਕੀ ਗੱਲ ਹੋਈ ਆ? ਦੀ ਮੇਰੀ ਮੈਰਿਜ ਹੋਈ ਸੀਗੀ ਤੇ ਮੇਰੀ ਨੱਥੋਵਾਲ ਜ਼ਿਲ੍ਹਾ ਲੁਧਿਆਣਾ ਦੇ ਵਿੱਚ ਮੈਰਿਜ ਹੋਈ ਸੀ। ਮੈਂ ਆਪ ਰੂੜੇ ਕੇ ਕਲਾਂ ਦੀ ਹਾਂ ਤੇ ਜਿਸ ਨਾਲ ਮੇਰੀ ਮੈਰਿਜ ਹੋਈ ਸੀ। ਤੇ ਮੇਰੀ ਮੈਰਿਜ ਤੋਂ ਪਹਿਲਾਂ ਮੈਨੂੰ ਕੁਝ ਨਹੀਂ ਦੱਸਿਆ ਕਿ ਮੇਰੇ ਹਸਬੰਡ ਨੂੰ ਕੋਈ ਪ੍ਰੋਬਲਮ ਆ। ਇਹ ਉਹਨਾਂ ਦੀ ਮੈਡੀਕਲ ਰਿਪੋਰਟ ਆ, ਕਿਉਂਕਿ ਉਹ ਕਦੇ-ਕਦੇ ਜਿੱਦਾਂ ਪਾਗਲ ਕਰਦੇ ਨੇ ਉਦਾਂ ਕਰਨ ਲੱਗ ਜਾਂਦੇ। ਉਹਨਾਂ ਨੂੰ ਮੂਡ ਡਿਸਆਰਡਰ ਦੀ ਪ੍ਰੋਬਲਮ ਆ। ਤੇ ਮੇਰੀ ਮੈਰਿਜ ਹੋ ਗਈ, ਕੋਈ ਦਾਜ ਦਹੇਜ ਨਹੀਂ ਲੈਤਾ ਉਹਨਾਂ ਨੇ। ਕਹਿੰਦੇ ਵੀ ਅਸੀਂ ਕੁਝ ਨਹੀਂ ਲੈਣਾ, ਸਾਨੂੰ ਇਕੱਲੀ ਕੁੜੀ ਚਾਹੀਦੀ ਆ। ਇਸ ਤੋਂ ਬਾਅਦ ਮੇਰੀ ਸੱਸ ਮੈਨੂੰ ਬਹੁਤ ਤੰਗ ਕਰਦੀ ਰਹੀ, ਕਹਿੰਦੀ ਵੀ ਇਹ ਕਿਹੜਾ ਕੈਨੇਡਾ ਤੋਂ ਆਈ ਆ ਵੀ ਤੁਸੀਂ ਇਹ ਤੋਂ ਦਾਜ ਨਹੀਂ ਲੈਤਾ ਹੈ ਨਾ। ਤੇ ਵੀ ਮੈਨੂੰ ਪਹਿਲੇ ਦਿਨ ਮੇਰਾ ਲਹਿੰਗਾ ਉਤਾਰ ਕੇ ਵੀ ਕੱਪੜੇ ਨਹੀਂ ਉਹਨਾਂ ਨੇ ਪਾਏ। ਹੋਰ ਤਾਂ ਉਹਨਾਂ ਨੇ ਮੈਨੂੰ ਕੀ ਦੇਣਾ ਸੀ। ਪਹਿਲੇ ਦਿਨ ਲਹਿੰਗਾ ਉਤਾਰ ਕੇ ਮੈਂ ਖੜੀ ਤੇ ਮੈਨੂੰ ਆਪਣੇ ਕੱਪੜੇ ਤੱਕ ਨਹੀਂ ਉਹਨਾਂ ਨੇ ਪਾਏ। ਤੇ ਮੇਰੀ ਕੋਈ ਕਦਰ ਨਹੀਂ ਕਰਦੇ ਸੀਗੇ। ਜਿੱਦਾਂ ਮੈਂ ਘਰ ਦੇ ਵਿੱਚ ਹੈ ਹੀ ਨਹੀਂ ਗੀ, ਇਦਾਂ ਮੇਰੇ ਨਾਲ ਬਿਹੇਵ ਕਰਦੇ ਸੀ। ਨਾ ਹੀ ਉਹ ਮੇਰੇ ਹਸਬੈਂਡ ਦੀ ਕਦਰ ਕਰਦੇ ਨੇ, ਉਹਨਾਂ ਦੀ ਵੀ ਨਹੀਂ ਉਹ ਕੋਈ ਕਦਰ ਕਰਦੇ। ਮੇਰਾ ਦਿਓਰ ਤੇ ਮੇਰੀ ਸੱਸ ਹੀ ਸਾਰਾ ਕੁਝ ਸਾਂਭਦੇ ਆ ਘਰ ਦਾ, ਹੈ ਨਾ। ਤੇ ਮੈਂ ਬਹੁਤ ਥਾਵੇਂ ਗਈ, ਵੂਮਨ ਸੈੱਲ 'ਚ ਗਈ, DSP ਦੇ ਗਈ ਕਿ ਮੈਨੂੰ ਬਣਦਾ ਇਨਸਾਫ ਮਿਲਣਾ ਚਾਹੀਦਾ। ਉਹਨਾਂ ਨੇ ਸਾਡੇ ਨਾਲ ਠੱਗੀ ਕੀਤੀ ਤੇ ਆਪਣਾ ਪਾਗਲ ਮੁੰਡਾ ਮੇਰੇ ਨਾਲ ਵਿਆਹਤਾ। ਤੇ ਉਹ ਮੈਨੂੰ ਹਰ ਜਗ੍ਹਾ ਤੇ ਮੈਨੂੰ ਪਾਗਲ ਕਹਿੰਦੇ ਨੇ ਕਿ ਇਹ ਕੁੜੀ ਪਾਗਲ ਆ। ਉਹ ਮੇਰੇ ਮੈਡੀਕਲ ਰਿਪੋਰਟਸ ਵਗੈਰਾ ਤਿਆਰ ਕਰਾਈ ਬੈਠੇ ਨੇ ਕਿ ਇਹ ਕੁੜੀ ਪਾਗਲ ਆ। ਤੇ ਮੈਂ ਹੁਣ ਇੱਥੇ ਤਾਂ ਆਈ ਹਾਂ ਕਿ ਮੈਂ ਮੈਡਮ ਨੂੰ ਪੁੱਛਣਾ ਚਾਹੁੰਦੀ ਹਾਂ ਕਿ ਮੈਮ ਤੁਸੀਂ ਮੇਰਾ ਮੈਡੀਕਲ ਕਰਾਓ ਤੇ ਤੁਸੀਂ ਦੇਖੋ ਕਿ ਮੈਂ ਪਾਗਲ ਆ। ਮੇਰੇ ਕੋਲ ਇੱਕ ਬੱਚੀ ਵੀ ਆ 9 ਮੰਥ ਦੀ। ਮੈਂ ਇਹਨੂੰ ਕਿਵੇਂ ਪਾਲੂੰਗੀ, ਕਿੱਥੇ ਲੈ ਕੇ ਜਾਊਂਗੀ? ਮੈਂ ਪੰਚਾਇਤਾਂ ਲੈ ਕੇ ਗਈ, ਮੇਰੇ ਡੈਡੀ ਉੱਥੇ ਵੀ ਮੇਰੇ ਸਾਰੇ ਕਿੱਥੇ ਹੋਣੇ? ਇੰਡੀਆ ਦੇ ਵਿੱਚ ਹੀ ਨੇ ਫਿਲਹਾਲ ਤਾਂ। ਤੇ ਕਹਿ ਦਿੰਦੇ ਨੇ ਅਸੀਂ ਤਾਂ ਬਾਹਰ ਚਲੇ ਜਾਣਾ, ਤੁਸੀਂ ਸਾਡਾ ਕੁਝ ਨਹੀਂ ਕਰ ਸਕਦੇ। ਤੇ ਅਸੀਂ ਬਹੁਤ ਥਾਵੇਂ ਗਏ। ਸਾਡੇ ਘਰ ਧਮਕੀ ਦੇਣ ਦੇ ਇੱਕ ਬੰਦਾ ਭੇਜਿਆ ਸੀ। ਮੇਰੇ ਮੰਮੀ ਤੇ ਮੈਂ ਘਰ ਸੀਗੇ ਤੇ ਕਹਿੰਦੇ ਨਿਮੇੜ ਲਓ, 1-2 ਲੱਖ ਲੈ ਕੇ, ਨਹੀਂ ਤੁਸੀਂ ਨਹੀਂ ਬਚਣੇ ਹੈਗੇ। ਅਸੀਂ ਉਹਦੀ ਕੰਪਲੇਂਟ ਕੀਤੀ ਪਿੰਡ ਰੂੜੇ ਕੇ ਕਲਾਂ ਥਾਣੇ ਦੇ ਵਿੱਚ ਤੇ ਸਾਡੀ ਕੋਈ ਸੁਣਵਾਈ ਨਹੀਂ ਹੋਈ। ਮੈਂ 112 ਤੇ ਕਾਲ ਕੀਤੀ ਕਿ ਮੈਂ ਮਰ ਜਾਣਾਗਾ, ਮੈਂ ਸੁਸਾਈਡ ਕਰ ਲੈਣਾ, ਆਪਣੀ ਬੱਚੀ ਨੂੰ ਮਾਰ ਦੇਣਾ, ਕਿ ਮੈਂ ਇਹਨੂੰ ਕਿੱਦਾਂ ਪਾਲਾਂ।
ਮੇਰੀ ਉੱਥੇ ਵੀ ਕੋਈ ਸੁਣਵਾਈ ਨਹੀਂ ਹੋਣ ਦਿੱਤੀ। ਕਹਿੰਦੇ ਨੇ ਕੁੜੀ ਪਾਗਲ ਆ, ਜੇ ਇਹਦੀ ਗਾਰੰਟੀ ਦਿਓ। ਡੀਐਸਪੀ ਰਾਮ ਜੀ ਨੂੰ ਕਹਿ ਰਹੇ ਨੇ ਕਿ ਇਸ ਕੁੜੀ ਦੀ ਗਾਰੰਟੀ ਦੇਵੋ, ਤੇ ਉਹਨਾਂ ਨੂੰ ਕਹਿੰਦੇ ਨੇ ਕਿ ਇਹ 10 ਲੱਖ ਰੁਪਇਆ ਲੈ ਲੈਣ, ਸਾਡੇ ਨਾਲ ਨਵੇੜਾ ਕਰ ਲੈਣ। ਕਿਉਂਕਿ ਮੇਰੇ ਮਾਪਿਓ ਨੇ, ਮੈਂ 23 ਸਾਲ ਦੀ ਆ, ਮੇਰੇ ਮਾਪਿਓ ਨੇ ਮੇਰੀ ਮੈਰਿਜ ਤਾਂ ਕੀਤੀ ਸੀ ਕਿ 10 ਲੱਖ ਲੈਣਗੇ ਉਹਨਾਂ ਤੋਂ। ਮੇਰੇ ਪੰਚਾਇਤ ਲਿਆ ਕੇ ਪੁੱਛਿਆ ਕਿ ਮੈਨੂੰ ਅਲੱਗ ਕਰ, ਮੇਰੇ ਹਸਬੰਡ ਨੂੰ ਅਲੱਗ ਕਰ ਦਿਓ, ਗੈਸ ਸਿਲੰਡਰ ਦੇ ਦਿਓ। ਮੇਰੀ ਸੱਸ ਕਹਿੰਦੀ ਨਹੀਂ ਅਸੀਂ ਤਾਂ ਦੇ ਨਹੀਂ ਸਕਦੇ ਹੈਗੇ। ਤੇ ਮੇਰੇ ਸਹੁਰਾ ਸਾਹਿਬ ਨੂੰ, ਪਿੰਡ ਰੂੜੇ ਕੇ ਕਲਾਂ ਦੇ ਸੋਨੀ ਸਰਪੰਚ ਨੂੰ ਪੁੱਛ ਸਕਦੇ ਹੋ, ਉਹਨਾਂ ਨੇ ਖੁਦ ਕਿਹਾ ਕਿ ਇਹਨਾਂ ਨੂੰ ਅਲੱਗ ਕਰ ਦਿਓ, ਆਪਣੀ ਜ਼ਿੰਦਗੀ ਸਪੈਂਡ ਕਰ ਲੈਣਗੇ। ਚਲੋ ਤੁਸੀਂ ਤਾਂ ਠੱਗੀ ਮਾਰਨੀ ਸੀ, ਪਾਗਲ ਨਾਲ ਵਿਆਹ ਲਈ ਕੁੜੀ, ਹਨਾ, ਤੇ ਵੀ ਇਹਨੂੰ ਆਪਣੀ ਲਾਈਫ ਤਾਂ ਸਪੈਂਡ ਕਰ ਲੈਣ ਦਿਓ। ਬਟ ਉਹਨਾਂ ਨੇ ਸਾਡੀ ਕੋਈ ਸੁਣੀ ਨਹੀਂ। ਤੁਹਾਡੀ ਸਪੋਰਟ ਕਰਦਾ? ਪਹਿਲਾਂ ਤਾਂ ਜੀ ਬਹੁਤ ਨਾਈਸ ਸੀਗਾ, ਹੁਣ ਤਾਂ ਉਹਨਾਂ ਨੇ ਮੈਨੂੰ ਬਲੌਕ ਮਾਰਤਾ ਤੇ ਮੇਰੇ ਨਾਲ ਕੋਈ ਗੱਲ ਨਹੀਂ ਕਰਦੇ। ਪਹਿਲਾਂ ਉਹ ਖੁਦ ਕਹਿੰਦੇ ਸੀ ਕਿ ਮੇਰੇ ਆਪਦੀ ਮੰਮੀ ਦੇ ਹੱਥੋਂ ਪਾਣੀ ਤੱਕ ਨਹੀਂ ਪੀ ਸਕਦਾ। ਆਈ ਨੋ ਆਪਾਂ ਮਾਵਾਂ ਨੂੰ ਬੁਰਾ ਨਹੀਂ ਕਹਿੰਦੇ, ਮੈਂ ਉਹਨਾਂ ਨੂੰ ਬੁਰਾ ਨਹੀਂ ਕਹਿੰਦੀ ਗੀ, ਪਰ ਉਹ ਮੇਰੇ ਨਾਲ ਸਹੀ ਨਹੀਂ ਹੈਗੇ। ਮੈਂ ਬਹੁਤ ਕੋਸ਼ਿਸ਼ ਕੀਤੀ, 1 ਸਾਲ ਇਹੀ ਕੋਸ਼ਿਸ਼ ਕੀਤੀ ਕਿ ਮੈਂ ਉਹਨਾਂ ਨਾਲ ਰਵਾਂ। ਕਿੰਨੇ ਸਾਲ ਹੋ ਗਿਆ ਵਿਆਹ ਨੂੰ? ਪਰ ਮੈਨੂੰ ਉਹਨਾਂ ਨੇ ਐਕਸੈਪਟ ਨਹੀਂ ਕੀਤਾ। ਮੇਰਾ 2019 ਚ ਦਸੰਬਰ ਦੇ ਵਿੱਚ 22 ਦਸੰਬਰ ਨੂੰ ਵਿਆਹ ਹੋਇਆ ਸੀ। ਲੱਖਾਂ ਧੀਆਂ ਰੋਂਦੀਆਂ ਨੇ ਅੱਜ, ਕੀ ਅੱਜ ਅੰਮ੍ਰਿਤਾ ਪ੍ਰੀਤਮ ਦੀਆਂ ਲਾਈਨਾਂ ਵੀ ਯਾਦ ਆਉਂਦੀਆਂ ਨੇ। ਇੱਥੇ ਕੀ ਬੋਲਾਂ ਮੈਂ, ਇੱਥੇ ਆ ਕੇ ਆਪਦਾ ਇੰਨਾ ਮਨ ਭਰਿਆ ਪਿਆ ਨਾ ਦੁੱਖ ਸੁਣ ਕੇ। ਕੀ ਗੱਲ? ਮੈਂ ਸਵਰਨਜੀਤ ਲੇਟ ਮਨਪ੍ਰੀਤ, ਮੈਂ ਇੱਕ ਵਿਧਵਾ ਹਾਂ। ਮੈਂ ਪਿੰਡ ਰੱਲੇ ਵਿਆਹੀ ਹੋਈ ਸੀ ਤੇ ਮੈਂ ਖੰਡੇਵਾਲ ਜ਼ਿਲ੍ਹਾ ਸੰਗਰੂਰ ਦੀ ਰਹਿਣ ਵਾਲੀ ਹਾਂ ਜੀ। ਜੀ ਮੇਰੀਆਂ ਬੱਚੀਆਂ ਮੈਥੋਂ ਕੁੱਟ ਮਾਰ ਕੇ ਖੋਹ ਲਈਆਂ ਜੀ, ਮੇਰੇ ਸਹੁਰੇ ਪਰਿਵਾਰ ਨੇ ਜੀ। ਮੇਰੇ ਜੇਠ ਨੇ, ਜਠਾਣੀ ਨੇ, ਸੱਸ ਨੇ, ਸਹੁਰੇ ਨੇ ਮੈਨੂੰ ਕੁੱਟ ਮਾਰ ਕੇ ਘਰੋਂ ਕੱਢਤਾ ਜੀ। ਮੇਰਾ ਘਰ ਵੀ ਵੇਚਤਾ ਜੀ, ਮੈਨੂੰ ਕੁਛ ਦੇ ਵੀ ਨਹੀਂ ਰਹੇ ਜੀ। ਮੇਰੀਆਂ ਬੱਚੀਆਂ ਵੀ ਮੈਥੋਂ ਖੋਲੀਆਂ ਜੀ। ਪਤੀ ਦੀ ਡੈਥ ਹੋ ਗਈ ਸੀਗੀ? ਹਾਂਜੀ। ਕਦੋਂ ਹੋਈ ਡੈਥ? 6 ਮਹੀਨੇ ਹੋ ਗਏ ਜੀ ਮੇਰੇ ਘਰ ਵਾਲੇ ਨੂੰ। ਕਿੰਨਾ ਡੈਥ ਹੋਈ ਉਹਨਾਂ ਦੀ? ਉਹਨਾਂ ਦੀ ਡੈਥ ਡੋਜ਼ ਕਰਨ ਨਾਲ ਹੋਈ ਆ ਜੀ, ਨਸ਼ਾ ਖਾਂਦੇ ਸੀ ਜੀ। ਤੁਸੀਂ ਵਿਆਹ ਕੀਤਾ, ਤੁਹਾਡਾ ਰਿਸ਼ਤਾ ਹੋਇਆ ਸੀ, ਉਦੋਂ ਪਤਾ ਸੀ ਕਿ ਨਸ਼ਾ ਕਰਦਾ ਮੁੰਡਾ? ਨਹੀਂ ਜੀ, ਉਹ ਸਾਨੂੰ ਕੁਝ ਨਹੀਂ ਪਤਾ ਸੀ ਵੀ ਇਹ ਨਸ਼ਾ ਕਰਦੇ ਨੇ। ਮੇਰਾ ਵਿਆਹ ਕਰਤਾ, ਵਧੀਆ ਸੀ ਉਦੋਂ। ਮਹੀਨੇ ਬਾਅਦ ਉਹ ਮੈਨੂੰ ਕੁੱਟਣ ਮਾਰਨ ਲੱਗ ਗਿਆ। ਬਹੁਤ ਮੇਰੀ 13-14 ਸਾਲ ਮੇਰੀ ਕੁੱਟਮਾਰ ਕਰਦਾ ਰਿਹਾ, ਬਹੁਤ ਬੇਰਹਿਮੀ ਨਾਲ ਮੈਨੂੰ ਕੁੱਟਦਾ ਮਾਰਦਾ ਰਿਹਾ। ਉਦੋਂ ਬਾਅਦ 'ਚ ਉਹਨਾਂ ਦੀ ਮੌਤ ਹੋ ਚੁੱਕੀ। ਉਦੋਂ ਬਾਅਦ 'ਚ ਮੇਰੇ ਸੱਸ ਨੇ, ਸਹੁਰੇ ਨੇ, ਜੇਠ ਨੇ, ਜਠਾਣੀ ਨੇ ਜੀ ਮੈਨੂੰ ਕੁੱਟ ਮਾਰ ਕੇ ਘਰੋਂ ਕੱਢਤਾ ਜੀ। ਬੱਚੇ ਕਿੰਨੇ ਤੁਹਾਡੇ? ਬੱਚੇ ਬੇਟੀਆਂ ਨੇ ਜੀ, ਮੇਰੀਆਂ 2 ਬੇਟੀਆਂ ਨੇ ਜੀ। ਇੱਕ ਤਾਂ ਬੇਟੀਆਂ ਰੱਖ ਰਹੇ ਆ, ਤੁਹਾਨੂੰ ਨਹੀਂ ਰੱਖ ਰਹੇ? ਇੱਕ ਤਾਂ 10 ਸਾਲਾਂ ਦੀ ਬੇਟੀ ਹੈ ਜੀ, ਇੱਕ 1.5 ਸਾਲ ਦੀ ਬੇਟੀ ਹੈ ਜੀ। ਬੇਟੀਆਂ ਤਾਂ ਮੈਥੋਂ ਖੋਲੀਆਂ ਜੀ, ਮੈਨੂੰ ਰੱਖ ਨਹੀਂ ਰਹੇ ਜੀ, ਨਾ ਤਾਂ ਕੁਝ ਦੇ ਰਹੇ ਨੇ ਮੈਨੂੰ, ਨਾਲੇ ਮੇਰੀਆਂ ਬੇਟੀਆਂ ਮੈਥੋਂ ਖੋਲੀਆਂ ਜੀ, ਨਾਲੇ ਮੈਨੂੰ ਘਰੇ ਨਹੀਂ ਰੱਖ ਰਹੇ ਜੀ। ਮੈਨੂੰ ਕਹਿੰਦੇ ਵੀ ਤੈਨੂੰ ਵੜਨ ਨਹੀਂ ਦਿੰਦੇ ਘਰੇ, ਨਾ ਤਾਂ ਆਪਦੇ ਘਰੇ ਰੱਖ ਰਹੇ ਨੇ ਤੇ ਨਾ ਹੀ ਮੇਰੀਆਂ ਬੇਟੀਆਂ ਮੈਨੂੰ ਦੇ ਰਹੇ ਨੇ ਜੀ। ਬ੍ਰਦਰ ਹੈ ਇਹ, ਮੈਂ ਬ੍ਰਦਰ ਤੋਂ ਗੱਲ ਕਰਦੀ। ਜਦੋਂ ਰਿਸ਼ਤਾ ਆਪਾਂ ਕਰਦੇ ਆ ਨਾ ਭੈਣ ਦਾ, ਤਾਂ ਤੁਸੀਂ ਬਹੁਤ ਥਾਵਾਂ ਤੇ ਜਾਂਚ ਪੜਤਾਲ ਕੀਤੀ ਹੋਗੀ, ਪਰ ਮੁੰਡਾ ਤਾਂ ਨਸ਼ੇੜੀ ਨਿਕਲਿਆ। ਦੇਖੋ ਜੀ, ਸਾਡੇ ਵੈਸੇ ਮੇਰੀ ਵੱਡੀ ਸਿਸਟਰ ਸੀ, ਮਾਨਸਾ ਵਿਆਹੀ ਆ, ਉਹਨੇ ਮਾਮੇ ਦੇ ਹੀ ਪ੍ਰਾਹੁਣੇ ਮਾਮੇ ਦੀ ਮੁੰਡਾ ਸੀ ਜੀ, ਇਸ ਲਈ ਉਹਨਾਂ ਨੇ ਜ਼ੋਰ ਪਾਇਆ ਵੀ ਚਲੋ ਜ਼ਮੀਨ ਹੈਗੀ ਆ, ਘਰ-ਬਾਰ ਵਧੀਆ। ਮੈਂ ਸੋਚਿਆ ਚਲੋ ਠੀਕ ਆ। ਮੇਰੇ ਮੰਮੀ ਡੈਡੀ ਹੈ ਨਹੀਂ ਜੀ, ਪਹਿਲੀ ਉਹਨਾਂ ਦਾ ਹਾਂਜੀ ਮੰਮੀ ਡੈਡੀ ਦੀ ਡੈਥ ਹੋ ਗਈ ਸੀ। ਫਿਰ ਕੁਛ ਮੈਨੂੰ ਪਰਿਵਾਰਕ ਮੈਂਬਰ ਕਹਿਣ ਲੱਗ ਗਏ, ਚਾਚੇ ਤਾਏ ਵੀ ਚਲੋ ਬੱਚੇ ਦਾ ਹੁੰਦਾ ਰਿਸ਼ਤਾ ਕਰਦੇ। ਅਸੀਂ ਰਿਸ਼ਤਾ ਕਰਤਾ। 13 ਸਾਲ ਹੋ ਗਏ ਜੀ ਵਿਆਹੀ ਨੂੰ ਇਹਨੂੰ, ਤੇ 6 ਮਹੀਨੇ ਪਹਿਲਾਂ ਡੈਥ ਹੋ ਗਈ ਸੀ ਉਹਨਾਂ ਦੀ ਅਟੈਕ ਨਾਲ। ਕੁਝ ਨਸ਼ਾ ਖਾਂਦਾ ਸੀ, ਅਟੈਕ ਵੀ ਹੋਇਆ, ਰਾਤ ਨੂੰ ਡੈਥ ਹੋ ਗਈ। ਉਦੋਂ ਬਾਅਦ ਇਹਦੇ 2 ਬੱਚੀਆਂ ਸੀ। ਇਹਨੂੰ ਨਾਲ ਦੀ ਨਾਲ ਡੈਥ ਤੋਂ 5-7 ਦਿਨਾਂ ਬਾਅਦ ਨਾਲ ਦੀ ਨਾਲ ਇਹਨਾਂ ਨੂੰ ਪਿੰਡ ਭੇਜਤਾ, ਇਹਨੂੰ ਵੀ ਤੂੰ ਵਗ ਜਾ ਭਾਈ। ਤੇ ਅਸੀਂ ਗਏ, ਮੈਂ ਜੀ ਘੱਟੋ ਘੱਟ 10 ਵਾਰੀ ਪੰਚਾਇਤਾਂ ਲੈ ਕੇ ਵਗ ਗਿਆ ਉੱਥੇ, 10 ਵਾਰੀ ਪੰਚਾਇਤਾਂ ਥਾਣੇ 'ਚ ਵਗ ਗਿਆ ਜੋਗਾ। ਕਿਉਂ ਨਹੀਂ ਰੱਖਣਾ ਨੌ ਨੂੰ? ਉਹ ਕਹਿੰਦੇ ਅਸੀਂ ਤਾਂ ਕੁਝ ਦੇਣਾ ਨਹੀਂ, ਜਿੱਥੇ ਤੁਹਾਡਾ ਜ਼ੋਰ ਲੱਗਦਾ ਕੋਰਟ ਦੇ ਵਿੱਚ ਲਾ ਲਓ, ਕਿਉਂਕਿ ਅਸੀਂ ਜ਼ੋਰ ਲਾ ਨਹੀਂ ਸਕਦੇ, ਸਾਡਾ ਪਿੱਛਾ ਐਡਾ ਕੋਈ ਤਗੜਾ ਸਟਰੋਂਗ ਹੈ ਨਹੀਂ ਜੀ। ਤੇ ਉਦੋਂ ਬਾਅਦ ਵੀ ਮੈਂ ਪੰਚਾਇਤਾਂ ਲੈ ਕੇ ਗਿਆ, ਥਾਣੇ 'ਚ ਗਿਆ, ਜੋਗੇ ਗਿਆ, SSP ਕੋਲ ਵੀ ਗਿਆ, ਮੈਂ ਮਾਨਸਾ ਦਰਖਾਸਤਾਂ ਦੇ ਦਿੱਤੀਆਂ, ਕੁਝ ਨਹੀਂ ਬਣਿਆ। ਹੁਣ ਸਾਨੂੰ ਇੱਕ ਹੀ ਉਮੀਦ ਹੈ ਮੈਡਮ ਮਨੀਸ਼ਾ ਗੁਲਾਟੀ ਤੋਂ, ਜੋ ਕਿ ਸਾਨੂੰ ਪੂਰੀ ਆਸ ਆ। ਇਹ ਕੁੜੀ ਨੇ ਇਹ ਤੱਕ ਵੀ ਸੋਚਣਾ ਸੀ ਸੁਸਾਇਡ ਕਰਨ ਵਾਸਤੇ, ਇਹਨੇ ਸਲਫਾਸ ਦੀਆਂ ਗੋਲੀਆਂ ਦੇ ਸਰਾਣੇ ਮੈਂ ਚੱਕੀਆਂ ਨੇ। ਹਾਂਜੀ। ਜਦੋਂ ਇਹਨਾਂ ਦੇ ਪਤੀ ਦੀ ਡੈਥ ਹੋਈ ਆ, ਤੁਸੀਂ ਪੰਚਾਇਤਾਂ ਲੈ ਕੇ ਜਾਂਦੇ ਹੋ, ਤਾਂ ਮੰਗ ਕਿਉਂ ਕਰਦੇ ਕਿ ਇੱਕ ਨੌਂ ਆ, 2 ਬੱਚੇ ਆ, ਚਾਹੇ ਪੁੱਤ ਨਹੀਂ ਰਿਹਾ ਪਰ ਜੜ ਤਾਂ ਲੱਗੀ ਨਾ ਉਹਨਾਂ ਦੇ ਘਰ? ਉਹੀ ਗੱਲ ਆ ਜੀ, ਉਹ ਕੰਮ ਕਰਨ ਵਾਲਾ ਬੰਦਾ ਸੀ, ਕੰਮ ਵੀ ਬਹੁਤ ਜ਼ਿਆਦਾ ਕਰਦਾ ਸੀ, ਸਾਰੇ ਖੇਤ ਦਾ ਕੰਮ ਉਹ ਸਾਂਭਦਾ ਸੀ। 15-16 ਕਿੱਲਿਆਂ ਦੀ ਖੇਤੀ ਹੈ ਇਹਨਾਂ ਦੀ ਆਪਦੀ, ਉਹ ਕੰਮ ਸਾਂਭਦਾ ਸੀ। ਇਹਦਾ ਘਰ-ਬਾਰ ਅੱਡ ਸੀ, ਅੱਡ ਰਹਿੰਦੀ ਸੀ, ਖਾਂਦਾ ਪੀਂਦਾ ਆਪਦੇ ਘਰੇ ਸੀ, ਉਹ ਮਾਂ-ਬਾਪ ਦੇ, ਕੁੱਟਦਾ ਇਹਨੂੰ ਆ ਕੇ ਆਪਦੇ ਘਰੇ ਸੀ।
ਰੋਜ਼ ਡਰਿੰਕ ਕਰਕੇ। ਇਹ ਫਿਰ ਵੀ ਦੁੱਖ ਸੁੱਖ ਝੱਲਦੀ ਰਹੀ, ਬਹੁਤ ਅਸੀਂ ਪੰਚਾਇਤਾਂ ਕਰੀਆਂ। 13 ਸਾਲ ਦੇ ਵਿੱਚ 50 ਪੰਚਾਇਤਾਂ ਮੈਂ ਪਹਿਲਾਂ ਕਰ ਲਈਆਂ, ਉਸ ਤੋਂ ਬਾਅਦ ਮਰੇ ਤੋਂ ਬਾਅਦ 7-8 ਪੰਚਾਇਤਾਂ ਫਿਰ ਕਰ ਲਈਆਂ। ਮੈਂ ਭਾਈ ਇਹਦਾ ਕੁਝ ਬਣਦਾ ਹੱਕ ਦੇ ਦਿਓ, ਮੈਨੂੰ ਦੇ ਦਿਓ। ਜੋ ਕੋਈ ਪੁੱਠੇ ਰਾਹ ਪੈਂਦਾ ਫਿਰ ਕਹਿੰਦੇ ਤੁਸੀਂ ਵੀ ਕੋਈ ਮਾੜਾ ਕੰਮ ਹੋ ਗਿਆ ਜਾਂ ਕੋਈ ਆਪਾਂ ਗਲਤ ਉਹਦੇ ਪੈ ਗਏ। ਹੁਣ ਜਦੋਂ ਮੇਰੀ ਭੈਣ ਇੰਨੀ ਦੁਖੀ ਆ, ਫਿਰ ਵੀ ਮੈਂ ਸਬਰ ਕਰਕੇ ਕਹਿਣਾ ਵੀ ਚੱਲ ਕਦੇ ਤਾਂ ਇਨਸਾਫ ਮਿਲੂਗਾ ਇਹਨੂੰ ਜੀ। ਵਿਆਹ ਕਿਹੜੇ ਸੰਨ ਚ ਹੋਇਆ ਸੀ? 2008 ਦੇ ਵਿੱਚ ਹੋਇਆ ਸੀ ਜੀ। ਤੇ ਮੌਤ ਕਦੋਂ ਹੋਈ ਆ? ਇਹ 7ਵਾਂ ਮਹੀਨਾ ਹੋਇਆ ਜੀ ਮੌਤ ਹੋਈ ਨੂੰ। ਹਾਂਜੀ। ਉਹਨਾਂ ਨੇ ਜੀ ਇੱਕ ਸਮਝੌਤਾ ਕਰਿਆ ਸੀ ਜੀ ਵੀ ਅਸੀਂ 13 ਲੱਖ ਰੁਪਇਆ ਦੇ ਕੇ ਕੁੜੀ ਨੂੰ ਤੁਸੀਂ ਕਿਤੇ ਵਿਆਹ ਦਿਓ, ਪਰ ਉਹ 13 ਲੱਖ ਰੁਪਏ ਤੋਂ ਵੀ ਮੁੱਕਰ ਗਏ ਜੀ। ਆ ਰਹੀ ਜੀ ਉਹਦੀ ਉਹ 13 ਲੱਖ ਰੁਪਏ ਤੋਂ ਵੀ ਮੁੱਕਰ ਗਏ ਜੀ। ਨਾ ਤਾਂ ਜੀ ਉਹ ਮੈਨੂੰ ਰੱਖ ਰਹੇ ਨੇ ਜੀ ਤੇ ਨਾ ਹੀ ਕੁਝ ਦੇ ਰਹੇ ਨੇ ਜੀ। ਜਿਹੜੀ ਜਵਾਨ ਕਰੀ ਸੀ ਉਹ 13 ਲੱਖ ਰੁਪਏ ਤੋਂ ਵੀ ਮੁੱਕਰ ਗਈ। ਜਿਹੜੀਆਂ ਇਹਦੀਆਂ ਬੱਚੀਆਂ ਨੇ ਨਾ, ਉਹਨਾਂ ਦੀ ਹਾਲਤ ਜਾ ਕੇ ਦੇਖੋ, ਉਹਨਾਂ ਦੀ ਹਾਲਤ ਬਹੁਤ ਬਿਹਤਰ ਹੋਈ ਪਈ, ਕਿਉਂਕਿ ਮਾਂ ਤੋਂ ਬਿਨਾਂ ਕੋਈ ਨਹੀਂ ਕਿਸੇ ਨੂੰ ਰੱਖ ਸਕਦਾ। ਉਹ ਵਿਚਾਰੀਆਂ ਬਾਹਰ ਫਿਰਦੀਆਂ ਰਹਿੰਦੀਆਂ ਨੇ। ਉੱਥੇ ਮੈਨੂੰ ਆਂਢ ਗੁਆਂਢ ਦੇ ਫੋਨ ਕਰਕੇ ਦੱਸਦੇ ਨੇ ਬਾਈ ਕੱਲ ਬਚ ਗਈ, ਮੈਸਾਂ ਹੇਠ ਆ ਗਈ ਹੁੰਦੀ ਕੁੜੀ, ਕਦੇ ਕੁਛ ਕਹਿੰਦੇ ਨੇ ਕਦੇ ਕੁਛ ਕਹਿੰਦੇ ਨੇ। ਮੈਂ ਕਹਿੰਦਾ ਵੀ ਉਹਨਾਂ ਦੀ ਹਾਲਤ ਇੰਨੀ ਬੇਕਾਰ ਕਰਕੇ ਨੇ ਉਹਨਾਂ ਨੂੰ ਐਂ ਵੀ ਮਰ ਜਾਣਗੇ, ਸਾਨੂੰ ਕੋਈ ਫਰਕ ਨਹੀਂ ਪੈਂਦਾ। ਮੇਰੀਆਂ ਬੱਚੀਆਂ ਦੀ ਕੁੱਟਮਾਰ ਕਰਦੇ ਨੇ ਜੀ। ਇੱਥੋਂ ਤੱਕ ਕਹਿੰਦੀ ਆ ਆਸ਼ਰਮ 'ਚ ਛੱਡ ਆਉਂਗੀ ਬੱਚੀਆਂ ਨੂੰ। ਹੁਣ ਮੈਥੋਂ ਸਾਹਮਣੇ ਹੀ ਰਹੀਆਂ ਜੀ। ਮੇਰੀ ਸੱਸ ਕਹਿੰਦੀ ਹੈ ਜੀ ਵੀ ਮੈਂ ਕੁੜੀਆਂ ਵੀ ਨਹੀਂ ਰੱਖ ਸਕਦੀ ਜੀ, ਮੈਂ ਆਸ਼ਰਮ 'ਚ ਛੱਡ ਦੂੰਗੀ, ਪਰ ਦੇਣੀਆਂ ਨਹੀਂ ਉਹਨੂੰ। ਐਡਾ ਮੇਰੇ ਤੇ ਜ਼ੁਲਮ ਹੋ ਰਿਹਾ ਜੀ। ਮੈਨੂੰ ਤਾਂ ਇਨਸਾਫ ਚਾਹੀਦਾ ਜੀ। ਮੇਰੀਆਂ ਬੱਚੀਆਂ ਚਾਹੀਦੀਆਂ ਨੇ ਜੀ, ਮੈਨੂੰ ਬਣਦਾ ਹਿੱਸਾ ਚਾਹੀਦਾ ਜੀ। ਦੇਖ ਲਓ, ਇੱਕ ਘਰ ਦੀ ਨੌਂ ਹੋਵੇ ਤੇ ਨੌਂ ਨੂੰ ਘਰ ਤੋਂ ਬਾਹਰ ਕੱਢ ਦਿੱਤਾ ਗਿਆ। ਇਹ ਨੌਂ ਸੀ ਘਰ ਦੀ ਔਰ ਪੁੱਤ ਮਰ ਗਿਆ ਤੇ ਬਾਅਦ ਚ ਕੋਈ ਸੁਣਵਾਈ ਨਹੀਂ ਗਈ। ਜੇ ਪੁੱਤ ਨਹੀਂ ਰਿਹਾ ਤਾਂ ਨੌਂ ਵੀ ਨਹੀਂ, ਬੱਚੀਆਂ ਵੀ ਆ ਔਰ ਬੱਚੀਆਂ ਦੀ ਕੁੱਟਮਾਰ ਕਰਦੇ ਨੇ। ਨੌਂ ਨੂੰ ਕੁੱਟ ਕੇ ਘਰੋਂ ਬਾਹਰ ਕੱਢਤਾ। ਹੁਣ ਕਹਿੰਦੇ ਕਿ ਅਸੀਂ ਕੁੜੀਆਂ ਵੀ ਸਾਂਭ ਨਹੀਂ ਸਕਦੇ ਤੇ ਆਸ਼ਰਮ 'ਚ ਸੁੱਟਾਵਾਂਗੇ। ਆ ਭੈਣ ਦਾ ਕੀ ਗੱਲ ਹੋ ਗਈ ਭੈਣ ਜੀ? ਹੁਣ ਦੁਖੜਾ ਮੈਂ ਬਹੁਤ ਸੁਣ ਲਿਆ, ਦਿਲ ਕਰਦਾ ਕਿ ਕਰੀ ਮੈਂ ਉੱਚੀ ਸਾਰੀ ਮੈਂ ਹੀ ਰੋਲਾਂ ਕਿ ਇੰਨਾ ਕੁਝ ਸੁਣ ਲਿਆ ਮੈਂ। ਮੇਰਾ ਵੀ ਦੁੱਖੜਾ ਇਹੋ ਹੀ ਹੈ ਜੀ। ਮੇਰੇ ਸਹੁਰੇ ਰੱਖਦੇ ਨਹੀਂ, ਕੁੱਟਮਾਰ ਬਹੁਤ ਕਰਦੇ ਆ। ਕਿਉਂ, ਕੀ ਕਾਰਨ ਹੋ ਗਿਆ? ਮੈਮ ਦਾਜ ਮੰਗਦੇ ਆ ਜੀ। ਤੇ FIR ਕਰਵਾਈਆਂ ਸੀ, ਉਹਨਾਂ ਨੇ ਮੈਨੂੰ ਜ਼ਹਿਰ ਵੀ ਪਿਆਤਾ ਸੀ। ਮੈਂ ਪਰਚਾ ਵੀ ਕਰਾਇਆ ਪਰ ਮੇਰੀ ਕੋਈ ਸੁਣਵਾਈ ਨਹੀਂ ਹੋਈ। 5 ਸਾਲ ਹੋ ਗਏ ਮੈਨੂੰ ਕੋਰਟ ਕਚਹਿਰੀਆਂ 'ਚ ਰੋਲਦੇ ਨੂੰ। ਅੱਜ 7 ਸਾਲਾਂ ਦਾ ਮੇਰਾ ਬੇਟਾ ਵੀ ਹੋ ਗਿਆ ਹੈ। ਪਤੀ ਕਿੱਥੇ ਤੁਹਾਡਾ? ਪਤੀ ਮੇਰਾ ਆਪਣੇ ਘਰੇ ਰਹਿੰਦਾ ਪਟਿਆਲੇ ਜੀ, ਸਨੌਰ ਪਿੰਡ 'ਚ। ਕਿਹੜੇ ਪਿੰਡ ਤੋਂ ਰਹਿਣ ਵਾਲੇ ਹੋ ਤੇ ਸਹੁਰੇ ਕਿੱਥੇ ਆ? ਜੀ ਅਸੀਂ ਨੂਰਪੁਰੇ ਤੋਂ ਰਹਿਣ ਵਾਲੇ ਆ, ਸਹੁਰੇ ਮੇਰੇ ਸਨੌਰ ਆ। ਤੇ ਕੁੱਟਮਾਰ ਬਹੁਤ ਕਰਦੇ ਆ, ਮੰਗਾਂ ਬਹੁਤ ਰੱਖਦੇ ਆ, ਡਿਮਾਂਡਾਂ ਬਹੁਤ ਰੱਖਦੇ ਆ। ਕੁੱਟ ਕੇ ਮੈਨੂੰ ਕਮਰੇ 'ਚ ਵੀ ਤਾੜਤਾ ਸੀ। 7 ਸਾਲ ਦਾ ਬੇਟਾ, ਵਿਆਹ ਕਦੋਂ ਹੋਇਆ ਸੀਗਾ? ਮੇਰਾ ਵਿਆਹ 23 ਤਰੀਕ ਦੂਸਰਾ ਮਹੀਨਾ 2014 'ਚ ਹੋਇਆ ਸੀ। ਤੇ 15 ਨੂੰ ਜੀ ਮੇਰੇ ਨਾਲ ਟੌਰਚਰ ਕਰਨਾ ਮੈਨੂੰ ਸ਼ੁਰੂ ਕਰਤਾ ਸੀ। ਕੁੱਟਮਾਰ ਬਹੁਤ ਕਰਦੇ ਸੀ। ਕੁੱਟਮਾਰ ਕਰਕੇ ਮੈਨੂੰ ਰੂਮ 'ਚ ਤਾੜ ਦਿੰਦੇ ਸੀ। ਫਿਰ ਮੇਰੇ ਫਾਦਰ ਸਾਹਿਬ ਇੱਕ ਵਾਰੀ ਪੁਲਿਸ ਲੈ ਕੇ ਮੈਨੂੰ ਅੰਦਰੋਂ ਕਢਵਾ ਕੇ ਲਿਆਏ। ਪੈਪਾਂ ਨਾਲ ਕੁੱਟਦੇ ਸੀ। ਆ ਵੇਖੋ ਪੈਪਾਂ ਨਾਲ ਕੁੱਟ ਕੇ ਮੇਰੇ ਟਾਂਕੇ ਵੀ ਪਵਾਏ ਹੋਇਆ। 1.25 ਸਾਲ ਦਾ ਬੱਚਾ ਸੀ। ਨਨਾਨਾ ਨੇ ਗਰਮ ਪਾਣੀ 'ਚ ਬਾਂਹ ਪਾ ਕੇ ਇਹਦੀ ਬਾਂਹ ਵੀ ਸਾੜਤੀ ਬੱਚੇ ਦੀ। ਬੱਚਾ ਤੇ ਅਕਸਰ ਉਹਨਾਂ ਦਾ ਹੀ ਹੈ, ਖੂਨ ਤੇ ਉਹਨਾਂ ਦਾ ਹੀ ਹੈ ਨਾ। ਮੇਰੀ ਕੋਈ ਸੁਣਵਾਈ ਨਹੀਂ ਕੀਤੀ ਔਰ 5 ਸਾਲ ਹੋ ਗਏ ਮੈਨੂੰ ਕੋਰਟ ਕਚਹਿਰੀਆਂ 'ਚ ਧੱਕੇ ਖਾਂਦੀਆਂ ਨੂੰ। ਬਹੁਤ ਬੁਰੀ ਹਾਲਤ ਹੈ ਜੀ। ਮੈਨੂੰ ਇਨਸਾਫ ਚਾਹੀਦਾ ਹੈ। ਲਗਾਤਾਰ ਪੁਲਿਸ ਕੋਲ ਵੀ ਗਏ ਹੋ, ਕੋਰਟ ਕਚਹਿਰੀਆਂ 'ਚ ਵੀ ਗਏ ਹੋ, ਇਨਸਾਫ ਮਿਲਿਆ ਨਹੀਂ। ਪਤੀ ਨੂੰ ਬੱਚੇ ਦਾ ਕਦੇ ਮੋਹ ਨਹੀਂ ਆਇਆ? ਇਹ ਪੁੱਛਦਾ ਨਹੀਂ ਕਦੇ ਪਿਓ ਬਾਰੇ? ਮੈਮ ਪੁੱਛਦਾ ਜੀ। ਇਹਦਾ ਦਿਮਾਗ ਵੀ ਡਿਪਰੈਸਡ 'ਚ ਚਲਾ ਗਿਆ ਸੀ, ਟੈਨਸ਼ਨ ਹੋ ਗਈ ਸੀ ਬੱਚੇ ਨੂੰ। ਫਿਰ ਇਹਦੀ ਮੈਂ ਇਲਾਜ ਵੀ ਕਰਵਾਇਆ ਵਾ। ਆਪਣੇ ਮਾਪਿਆਂ ਦੇ ਘਰ ਰਹਿੰਦੇ? ਹਾਂਜੀ, ਮੈਂ ਆਪਣੇ ਫਾਦਰ ਸਾਹਿਬ ਦੇ ਘਰੇ ਆ। ਮੇਰੇ ਬ੍ਰਦਰ ਦੀ ਵੀ ਡੈਥ ਹੋ ਗਈ। ਮੇਰੇ ਮਾਪਿਓ ਉੱਧਰੋਂ ਵੀ ਦੁਖੀ ਆ, ਮੇਰੇ ਵੱਲੋਂ ਵੀ ਦੁਖੀ ਆ। ਮੈਨੂੰ ਕਿਸੇ ਪਾਸਿਓਂ ਕੋਈ ਰਾਹ ਨਹੀਂ ਮਿਲ ਰਿਹਾ। ਹੁਣ ਮੇਰੀ ਸੱਸ ਪੂਰੀ ਹੋਈ ਸੀ, ਅਸੀਂ ਗਏ ਸੀ। ਮੰਮੀ ਡੈਡੀ ਕਹਿੰਦੇ ਸੀ ਵੀ ਅਸੀਂ ਉੱਥੇ ਭਾ ਆਉਂਦੇ ਆ। ਮੇਰੇ ਸਹੁਰਿਆਂ ਨੇ ਮੈਨੂੰ ਉਦਣ ਵੀ ਘਰੋਂ ਕੱਢਤਾ। ਫਿਰ ਅਸੀਂ ਭੋਗ ਤੇ ਗਏ, ਉਦਣ ਵੀ ਸਾਨੂੰ ਉਹਨਾਂ ਨੇ ਘਰੋਂ ਕੱਢਤਾ। ਹੱਥ ਜੋੜ ਜੋੜ ਕੇ ਵੀ ਤੁਸੀਂ ਜਾਓ, ਕਹਿੰਦਾ ਇੱਥੇ ਕੁਛ ਨਹੀਂ। ਮੇਰੇ ਪੁੱਤ ਜੇਠ ਜਠਾਣੀ ਨੇ ਵੀ ਤੇ ਮੈਂ ਕਹਿੰਦੇ ਸਾਡਾ ਪੋਤਾ ਦੇ ਜੋ ਵੀ ਤੇਰੀ ਇੱਥੇ ਕੋਈ ਥਾਂ ਨਹੀਂ। ਮੈਂ 5 ਸਾਲ ਹੋ ਗਏ ਬੱਚੇ ਦੀ ਦੇਖਭਾਲ ਮੈਂ ਕਰ ਰਹੀ ਹਾਂ। ਜੋ ਜੰਮਿਆ ਪਲ। ਤੁਸੀਂ ਦਹੇਜ ਦੀ ਡਿਮਾਂਡ ਨਾ ਉਹਨਾਂ ਦੀ? ਹਾਂਜੀ। ਜੇ ਕਿ ਤੁਸੀਂ ਦਹੇਜ ਦੇ ਦੋ ਤਾਂ ਰੱਖ ਲੈਣਗੇ ਤੁਹਾਨੂੰ? ਮੈਮ ਅਸੀਂ ਬਹੁਤ ਦਿੱਤਾ ਜੀ। ਬਹੁਤ ਗੱਡੀ ਦੇ ਪੈਸੇ ਦਿੱਤੇ। ਜੋ ਗੱਡੀ ਮੇਰੇ ਸਹੁਰਾ ਸਾਹਿਬ ਨੇ ਆਪਣੇ ਨਾਮ ਕਰਵਾ ਲਈ ਆ। ਜਦੋਂ ਹੋਣੀ ਮੇਰੇ ਪਤੀ ਦੇ ਨਾਮ ਚਾਹੀਦੀ ਸੀ, ਕਰਵਾ ਮੇਰੇ ਸਹੁਰਾ ਸਾਹਿਬ ਨੇ ਆਪਣੇ ਨਾਮ ਲਈਏ। ਦੇ ਜਾ ਜੋ ਉਹਨਾਂ ਨੇ ਮੰਗਿਆ ਮੇਰੇ ਫਾਦਰ ਸਾਹਿਬ ਨੇ ਉਹ ਦਿੱਤਾ। ਗੁਪਤ ਮੁੰਦਰੀਆਂ ਮੰਗੀਆਂ ਮੇਰੇ ਫਾਦਰ ਸਾਹਿਬ ਨੇ, ਉਹਨਾਂ ਨੂੰ ਉਹ ਦਿੱਤੀਆਂ। ਜੋ ਜੋ ਡਿਮਾਂਡਾਂ ਰੱਖੀਆਂ ਮੇਰੇ ਫਾਦਰ ਸਾਹਿਬ ਨੇ ਪੂਰੀਆਂ ਕੀਤੀਆਂ। ਹੁਣ ਕੀ ਭਾਲਦੇ ਨੇ ਉਹ ਕਹਿੰਦੇ ਬੇਟਾ ਹੋਇਆ ਤੂੰ ਬੁਲਟ ਕਾਤੋਂ ਨਹੀਂ ਲੈ ਕੇ ਆਈ? ਬੁਲਟ ਲਿਆ, ਕੈਂਠਾ ਲਿਆ। ਇਦਾਂ ਦੀਆਂ ਡਿਮਾਂਡਾਂ ਕਰਕੇ ਟੌਰਚਰ ਕਰਦੇ ਆ, ਕੁੱਟਮਾਰ ਬਹੁਤ ਕਰਦੇ ਆ। ਅੱਛਾ, ਮੈਂ ਸਵਾਲ ਪੁੱਛਣਾ ਚਾਹਾਂਗੀ ਇਹਨਾਂ ਦੇ ਘਰ ਵਾਲੇ ਨੂੰ। ਤੁਹਾਨੂੰ ਬੁਲਟ ਦੇਤਾ, ਕੈਂਠਾ ਦੇਤਾ, ਫਿਰ ਤੁਹਾਨੂੰ ਇਹਦਾ ਪਿਆਰ ਹੋ ਜਾਊਗਾ? ਲਾਂਟ ਤੁਹਾਡੇ ਸਾਰਿਆਂ ਤੇ, ਇਹੋ ਜਿਹਿਆਂ ਤੇ।
ਆ ਮਾਤਾ ਜੀ ਵੀ ਹੱਥ 'ਚ ਕਾਗਜ਼ ਚੱਕੀ ਫਿਰਦੇ ਨੇ। ਕੀ ਗੱਲ ਹੋਈ ਮਾਤਾ ਜੀ, ਤੁਹਾਡਾ ਹੁਣ ਕੀ ਦੁੱਖ ਹੈ? ਅਸੀਂ ਤਾਂ ਜੀ ਬਹੁਤ ਜ਼ਿਆਦਾ ਦੁਖੀ ਹਾਂ ਜੀ, ਬਾਹਰਲਿਆਂ ਨੂੰ ਵੀ ਜ਼ਿਆਦਾ ਦੁਖੀ ਹਾਂ ਜੀ। ਵੀ ਮੇਰਾ ਬੇਟਾ ਜੀ 1.5 ਗ੍ਰਾਮ 2 ਗ੍ਰਾਮ ਖੂਨ ਰਹਿ ਜਾਂਦਾ, ਮੈਨੂੰ ਚੱਕੀ ਫਿਰਦੀ ਕਰ ਕਿਤੇ ਦਾਖਲ ਕਰ ਲਿਆ। ਵੀ ਮੇਰੀ ਨੂੰਹ ਤੰਗ ਪਰੇਸ਼ਾਨ ਕਰਦੀ ਹੈ, ਪਿੰਡ ਦੀ ਪੰਚਾਇਤ ਨਾਲ ਰਲ ਕੇ, ਸਾਦਰ ਦੇ SHO JP ਜੀ ਕੀ ਆ ਨਾ ਜੀਪਿੰਦਰਪਾਲ ਨਾਲ ਰਲ ਕੇ ਸਾਨੂੰ ਮੈਨੂੰ ਪਿਛਲੇ 9ਵੇਂ ਮਹੀਨੇ ਤੋਂ ਸਾਲ ਹੋਣ ਵਾਲਾ ਹੋ ਗਿਆ। ਜੇ ਮੈਂ ਜਾਣੀ ਮੈਨੂੰ ਗਾਲਾਂ ਕੱਢਦਾ ਹੈ, ਮੇਰੇ ਮਾਂਗਰ ਪੈਂਦਾ, ਬਹੁਤ ਕੁਝ ਕਰਦਾ। ਮੇਰੇ ਜਿਹੜੀ ਚੰਡੀਗੜ੍ਹ ਤੱਕ ਨੇ ਕੋਈ ਮੈਂ ਅਫਸਰ ਨਹੀਂ ਛੱਡਿਆ ਜਿਹਨੂੰ ਦੂਰੀਆਂ ਚਿੱਠੀਆਂ ਨਾ ਕੱਢੀਆਂ ਹੁਣ, ਸਾਰੀਆਂ ਮੇਰੀਆਂ ਚਿੱਠੀਆਂ ਵਾਪਸ ਗੋਲ ਕਰਕੇ ਮੋੜ ਦਿੰਦੇ ਨੇ ਸਦਰ ਚੋਂ। ਇਹ ਵੀ ਕਿਸੇ ਦਾ ਕੀ ਡਿਮਾਂਡ ਕਰਦੀ ਹੈ? ਕੌਣ ਨੂੰ ਜੀ? ਨੂੰਹ ਤਾਂ ਬਸ ਐਂ ਵੀ ਮੈਂ ਕਹਿੰਦੀ ਮੈਂ ਤਾਂ ਮੁੰਡੇ ਨਾਲ ਵਿਆਹ ਨਹੀਂ ਕਰਾਇਆ, ਮੈਂ ਤਾਂ ਜ਼ਮੀਨ ਨਾਲ ਕਰਾਇਆ। ਵੀ ਜ਼ਮੀਨ ਦਿਓ, ਮੇਰੇ ਰਿਸ਼ਤੇਦਾਰਾਂ ਨੂੰ ਪੈਸੇ ਦਿਓ, ਜ਼ਮੀਨ ਤੇ ਮੇਰੀ ਜ਼ਮੀਨ ਹੜੱਪਣਾ ਚਾਹੁੰਦੇ ਨੇ। ਮੇਰੇ ਘਰ ਕਦੋਂ ਹੋਇਆ ਸੀਗਾ ਵਿਆਹ ਨੂੰ? 4 ਸਾਲ ਲੱਗਿਆ ਹੈ ਜੀ। ਬੱਚਾ ਹੈਗਾ? ਬੱਚਾ ਜੀ 2.5 ਸਾਲ ਦਾ ਬੇਟਾ ਹੈ। ਰਹਿੰਦੀ ਤੁਹਾਡੇ ਘਰ 'ਚ ਹੀ ਹੈ? ਪਹਿਲਾਂ ਜੀ ਸਾਨੂੰ ਜਿੰਦੇ ਕੁੰਡੇ ਲਾ ਕੇ ਬਾਹਰੋਂ ਕੱਢ ਕੇ ਸਾਡੇ ਘਰ 'ਚ ਰਹਿੰਦੀ ਸੀ। ਹੁਣ ਜੀ ਸਾਨੂੰ ਵਿੱਚ ਆ ਕੇ ਧੱਕੇ ਨਾਲ ਫੇਰ ਵੜ ਗਈ ਸਾਡੇ। ਹੁਣ ਵਿੱਚ ਲਾਹੁਣ ਖਾਉਣ ਲੱਗ ਗਈ। ਕਹਿੰਦੇ ਮੈਂ ਤੁਹਾਨੂੰ ਸਾਹਮਣਾ ਨਹੀਂ, ਆਏ ਨਹੀਂ ਕਰਨਾ। ਮੇਰੇ ਬੇਟੇ ਨੂੰ ਕਹਿੰਦੇ ਵੀ ਇਹਨਾਂ ਬੁੜੇ ਨੂੰ ਘਰੋਂ ਕੱਢ, ਜੇ ਰਹੂੰ ਮੈਂ ਤੇਰੇ ਪਾਸ ਇਕੱਲੀ ਰਹੂੰਗੀ। ਇਹ ਜੀ ਜਦ ਮੈਂ ਇੰਨਾ ਸਾਹਮਣੇ ਇੰਨੀਆਂ ਵਿਵਸਥਾ ਕੱਟੀਆਂ ਨੇਗੀਆਂ ਵੀ ਸਾਨੂੰ ਕਿਵੇਂ ਕੱਢਦੇ ਵੇਖ ਕਰੋ। ਵੀ ਬਸ ਜ਼ਮੀਨ ਹੜੱਪਣਾ ਤੇ ਉਹ ਆਦੇ। ਬਾਕੀ ਜਿਹੜਾ ਸਾਨੂੰ ਸਦਰ ਵਾਲੇ ਇਹ ਹੈਗਾ ਜੀ SHO ਜਾ, ਇਹ ਜ਼ਿਆਦਾ ਤੰਗ ਕਰਦਾ ਤੇ ਮੁੱਕੀਆਂ ਵੀ ਮਾਰਨ ਆਉਂਦਾ, ਮੈਨੂੰ ਗਾਲਾਂ ਵੀ ਕੱਢਦਾ। ਵੀ ਇਹ ਬਲੱਡ ਵਧਾ ਕੇ ਐ ਨਹੀਂ ਪਤਾ ਕਿਸੇ ਦਾ ਜਾਨੀ ਮਾਲੀ ਕੀ ਨੁਕਸਾਨ ਕਰਦੇ। ਵੀ ਇਹ ਸਸਪੈਂਡ ਕਰਨਾ ਚਾਹੀਦਾ ਜੀ ਇੱਥੋਂ। ਹਾਂ ਜੀ, ਬਾਕੀ ਮੇਰਾ 2,18,000 ਠੇਕਾ ਹੈਗਾ। ਕਰਮਜੀਤ ਸਿੰਘ ਪਿਆਰਾ ਸਿੰਘ ਜੀ, ਮੇਰੀ ਨੂੰਹ ਦੀ ਸਾਏ ਦੇ ਨਾਲ ਉਹ ਵੀ ਦੱਬਿਆ ਹੋਇਆ। ਮੇਰੇ ਪੇਕੇ, ਇਹਦੇ ਸਹੁਰੇ ਪਰਿਵਾਰ ਦਾ, ਮੇਰੀ ਨੂੰਹ ਦੇ ਦਾ ਪੇਕੇ ਪਰਿਵਾਰ ਦਾ ਨਾਲ ਮਿਲ ਕੇ। ਮੇਰੇ ਘਰ ਵਾਲਾ ਪੂਰਾ ਮੈਟਲ ਹੈ ਜੀ, ਉਹ ਵੀ ਡਰਦਾ ਮਾਰਾ ਗੁਰਦੁਆਰੇ ਵਗ ਜਾਂਦਾ। ਮੇਰੀ ਨੂੰਹ ਮੇਰੇ ਹੱਥ ਕੜੀਆਂ ਨਾਲ ਲਵਾ ਦੇ ਵੀ ਜੇ ਮੈਂ ਘਰੇ ਹੋਇਆ ਵਿੱਚ ਮੇਰਾ ਨਾਂ ਧਰ ਕੇ ਪਹਿਲੇ ਇੱਕ ਵਾਰੀ ਲਵਾਤੀਆਂ ਤੇ। ਆ ਦੁੱਖ ਨੇ ਕੁੜੀਆਂ ਦੇ, ਆ ਮਾਂ ਪਿਓ ਰੋਂਦੇ ਫਿਰਦੇ ਨੇ। ਔਰ ਕੁੜੀਆਂ ਅੱਜ ਇਸ ਕਦਰ ਉਤਰ ਆਈਆਂ ਨੇ ਕਿ ਮਾਪਿਆਂ ਨੂੰ ਔਰ ਘਰ ਵਾਲਿਆਂ ਨੂੰ ਸੜਕਾਂ ਤੱਕ ਰੋਲ ਦਿੱਤਾ। ਆ ਹਾਲਾਤ ਹੋ ਗਏ ਨੇ ਇਹ ਸਾਡੇ ਇਸ ਪੰਜਾਬ ਦੇ ਹਾਲਾਤ। ਦੇਖਦੇ ਪਿਓ ਨਾ। ਸਹਿਯੋਗੀ ਸਾਥੀ ਪਰਵਿੰਦਰ ਸਿੰਘ ਦੇ ਨਾਲ ਮਨਦੀਪ ਕੌਰ ਸੰਧੂ, ਡੇਲੀ ਪੋਸਟ ਪੰਜਾਬੀ ਦੇ ਲਈ।